रेडियो लोहगढ़ सुन रहे सारे ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪ ਜੀ ਦੇ ਨਾਲ ਹਫ਼ਤਾਵਾਰੀ ਪ੍ਰੋਗਰਾਮ ਸਮੀਖਿਆ ਲੈ ਕੇ ਹਾਜ਼ਰ ਹਾਂ ਜੀ। ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵੀਰ ਵਰਪਾਲ ਸਿੰਘ ਜੀ ਤੇ ਮੈਂ ਅਸੀਂ ਦੋਨੋਂ ਆਪ ਜੀ ਦੇ ਨਾਲ ਵਿਚਾਰਾਂ ਦੀ ਜਿਹੜੀ ਸਾਂਝ ਉਹ ਕਰਾਂਗੇ। ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਪਿਛਲੇ ਹਫ਼ਤੇ ਦੀਆਂ ਜਿਹੜੀਆਂ ਘਟਨਾਵਾਂ ਜਿਨ੍ਹਾਂ ਦਾ ਸੰਬੰਧ ਸਾਡੇ ਸਿੱਖ ਜਗਤ ਦੇ ਨਾਲ ਹੈ ਉਹਦੇ ਬਾਰੇ ਜਿਹੜੀ ਆ ਉਹ ਚਰਚਾ ਕਰਨ ਦਾ ਯਤਨ ਕਰਾਂਗੇ। ਅਜਿਹੀਆਂ ਜਿਹੜੀਆਂ ਚਰਚਾਵਾਂ ਨੇ ਉਹ ਮੈਂ ਸਮਝਦਾ ਕਿ ਨਿਰੰਤਰ ਹਰ ਸਮੇਂ ਦੇ ਵਿੱਚ ਜਿਹੜੀਆਂ ਉਹ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ। ਖਾਸ ਕਰਕੇ ਜਿਹੜੀਆਂ ਸਾਡੀਆਂ ਨੌਜਵਾਨ ਪੀੜ੍ਹੀ ਦੇ ਚੇਤਿਆਂ ਦੇ ਵਿੱਚੋਂ ਵਿਸਾਰ ਦਿੱਤੀਆਂ ਗਈਆਂ ਹੋਣ ਜਾਂ ਵਿਸਰ ਗਈਆਂ ਹੋਣ, ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿਹੜਾ ਵੀ ਸਰਕਾਰੀ ਤੰਤਰ ਹੈ ਉਹ ਜਿਹੜੀ ਮਿਨੋਰਟੀ ਦੇ ਨਾਲ ਜਦੋਂ ਹੁਕਮਰਾਨ ਧਿਰ ਜਿਹੜੀ ਆ ਉਹ ਧੱਕਾ ਕਰਦੀ ਹੈ ਤਾਂ ਉਹ ਕਦੇ ਵੀ ਨਹੀਂ ਚਾਹੁੰਦੀ ਕਿ ਜਿਹੜੀਆਂ ਉਹ ਗੱਲਾਂ ਉਹ ਮੁੜ ਕੇ ਦੁਬਾਰੇ ਜਿਹੜੀਆਂ ਉਹ ਕਿਸੇ ਸੁਰਖੀਆਂ ਦੇ ਵਿੱਚ ਆਉਣ ਜਾਂ ਲੋਕਾਂ ਦੀ ਚੇਤਨਾ ਦਾ ਹਿੱਸਾ ਬਣਨ। ਇਸੇ ਕਰਕੇ ਉਹ ਜਿਹੜੀਆਂ ਨਵੀਂ ਪੀੜ੍ਹੀ ਹੈ ਉਹਨੂੰ ਹਮੇਸ਼ਾ ਪੁਰਾਣੇ ਨੂੰ ਭੁੱਲ ਜਾਣ ਦੀਆਂ ਜਿਹੜੀਆਂ ਤਕੀਦਾਂ ਉਹ ਆਮ ਤੌਰ ਦੇ ਉੱਤੇ ਕਰਦੇ ਨੇ। ਜਿਵੇਂ ਕਿ ਸਾਡੇ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਸਾਡਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਵੇਂ ਕਤਲੇਆਮ ਕੀਤਾ ਗਿਆ ਹੋਵੇ, ਪਰ ਜਦੋਂ ਉਹਦੀ ਕਿਤੇ ਕੋਈ ਵਰ੍ਹੇਗੰਢ ਆਉਂਦੀ ਹੈ ਤਾਂ ਜਿਹੜਾ ਸਰਕਾਰੀ ਤੰਤਰ ਉਹ ਭੁੱਲਣ ਦਾ ਹੀ ਸੰਦੇਸ਼ ਦੇ ਰਿਹਾ ਹੁੰਦਾ ਕਿ ਭੁੱਲ ਜਾਓ ਉਹਨਾਂ ਨੂੰ। ਠੀਕ ਹੈ ਜੀ, ਚਾਹੇ 1984 ਦਾ ਸਾਕਾ ਹੋਵੇ ਦਰਬਾਰ ਸਾਹਿਬ ਵਾਲਾ ਤੇ ਚਾਹੇ ਦਿੱਲੀ ਵਾਲਾ ਹੋਵੇ ਜਿਹਦੇ ਵਿੱਚ ਸਾਨੂੰ ਕੋਹ ਕੇ ਮਾਰਿਆ ਗਿਆ। ਉਹ ਹਮੇਸ਼ਾ ਜਦੋਂ ਹਰੇਕ ਸਾਲ ਉਹਨੂੰ ਲੈ ਕੇ ਕੋਈ ਸਮਾਗਮ ਸ਼ੁਰੂ ਹੁੰਦੇ ਨੇ ਤਾਂ ਉਹ ਹਮੇਸ਼ਾ ਇਹੀ ਤਕੀਦ ਜਿਹੜੀ ਆ ਉਹ ਸਰਕਾਰੀ ਧਿਰਾਂ ਵੱਲੋਂ ਦਿੱਤੀ ਜਾਂਦੀ ਹੈ। ਤੇ ਜਿਹੜੇ ਭਾਰਤੀ ਰਾਸ਼ਟਰਵਾਦੀ ਦੇ ਪੁਜਾਰੀ ਤੇ ਪਿਛਲੱਗ ਜਿੰਨਾ ਜਿਹੜਾ ਆਹ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਉਹ ਵੀ ਸਾਰਾ ਹੀ ਇਹੀ ਉਹਦੇ ਵਿੱਚ ਲੱਗਿਆ ਹੁੰਦਾ ਇੱਕਾ ਦੁੱਕਾ ਨੂੰ ਛੱਡ ਕੇ ਕਿ ਜਿਹੜਾ ਉਹਦੀ ਸਹੀ ਪ੍ਰਖੇਪ ਦੇ ਵਿੱਚ ਜਿਹੜੀ ਬਣਦੀ ਪੜਚੋਲ ਹੈ ਉਹਨੂੰ ਲਾਂਭੇ ਕਰਕੇ ਸਿਰਫ ਇਹੀ ਕਿਹਾ ਜਾਂਦਾ ਹੈ ਕਿ ਹਾਂਜੀ ਇਹ ਉਹ ਦੰਗੇ ਹੋਏ ਸੀ ਤੇ ਉੱਥੇ ਸੀਗੇ ਤੇ ਨਾਲੇ ਕੁੱਟਣ ਤੋਂ ਬਾਅਦ ਕਸੂਰਵਾਰ ਵੀ ਸਾਨੂੰ ਜਿਹੜਾ ਉਹ ਦਰਸਾਇਆ ਜਾਂਦਾ। ਸੋ ਇਸ ਕਰਕੇ ਜਿਹੜੀਆਂ ਕੁਝ ਨਾ ਕੁਝ ਘਟਨਾਵਾਂ ਜਦੋਂ ਤੁਹਾਡੇ ਸਾਹਮਣੇ ਆਉਣੀਆਂ ਤਾਂ ਉਹਨਾਂ ਦੀ ਚਰਚਾ ਕਰਦੇ ਰਹਿਣ ਦੇ ਨਾਲ ਇਹਦਾ ਫਾਇਦਾ ਇਹੀ ਹੈ ਕਿ ਤੁਹਾਡੀ ਜਿਹੜੀਆਂ ਯੰਗ ਜਨਰੇਸ਼ਨ ਹੈ ਜਿਹਨੂੰ ਕਿਸੇ ਹੋਰ ਪਾਸੇ ਲਾਇਆ ਜਾ ਰਿਹਾ ਕਿ ਉਹਨਾਂ ਦੇ ਚੇਤਿਆਂ ਦੇ ਵਿੱਚ ਫਿਰ ਮੁੜ ਕੇ ਉਹ ਸਾਰਾ ਘਟਨਾਕ੍ਰਮ ਆ ਜਾਵੇ ਤੇ ਉਹਨਾਂ ਦੇ ਵਿੱਚ ਜਿਹੜੀ ਕਰਿਓਸਿਟੀ ਆ ਉਹਨੂੰ ਜਾਣਨ ਦੀ ਆਪਣੀ ਹਿਸਟਰੀ ਨੂੰ, ਤੇ ਜਿਹੜੀ ਕਿ ਹਾਲੇ ਬਹੁਤੀ ਪੁਰਾਣੀ ਨਹੀਂ ਹੈ, ਜਿਹੜੀ ਹਾਲੇ ਐਵੇਂ 2-4 ਦਹਾਕਿਆਂ ਦੀ ਉਹ ਗੱਲ ਹੈ ਕਿ ਉਹਨੂੰ ਵੀ ਭੁਲਾਉਣ ਦਾ ਜਿਹੜਾ ਯਤਨ ਆ ਉਹ ਹੋ ਰਿਹਾ। ਤੇ ਉਹਦੇ ਸਿੱਟੇ ਵਜੋਂ ਆਪਾਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਾਡੀ ਨੌਜਵਾਨੀ ਹੈ ਉਹ ਆਪਣੇ ਮੂਲ ਸਿਧਾਂਤਾਂ ਤੋਂ ਪਰੇ ਹੋ ਕੇ ਆਪਣੇ ਮੂਲ ਰਾਜਨੀਤਿਕ ਸਾਰੋਕਾਰਾਂ ਤੋਂ ਪਰੇ ਹੋ ਕੇ ਕਿਸੇ ਹੋਰੇ ਕੰਮਾਂ ਦੇ ਵਿੱਚ ਉਲਝੀ ਹੋਈ ਨਜ਼ਰ ਆਉਂਦੀ ਹੈ। ਸੋ ਇਸ ਕਰਕੇ ਬੜੇ ਜ਼ਰੂਰੀ ਨੇ। ਤੋ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ੍ਹ ਜਿਹੜਾ ਇੱਕ ਕੇਸ ਸਿੱਖ ਜਗਤ ਦੇ ਵਿੱਚ ਜਿਹਨੇ ਸਾਰਿਆਂ ਦਾ ਧਿਆਨ ਖਿੱਚਿਆ ਉਹ ਸੁਮੇਧ ਸੈਣੀ ਜਿਹੜਾ ਐਕਸ DGP ਤੇ ਆਪਣਾ ਬਲਵੰਤ ਸਿੰਘ ਮੁਲਤਾਨੀ, ਜਿਨ੍ਹਾਂ ਨੂੰ ਕਿ 1991 ਦੇ ਵਿੱਚ ਆਪਾਂ ਸਰੋਤਿਆਂ ਨੂੰ ਦੱਸ ਦਈਏ ਕਿ 1991 ਦੇ ਵਿੱਚ ਇੱਕ ਪੰਜਾਬ ਕੇਡਰ ਦਾ IAS ਅਧਿਕਾਰੀ ਤੇ ਉਹਦਾ ਪੁੱਤਰ ਇਹ ਤੇ ਇਹਦਾ ਇੱਕ ਜਿਹੜਾ ਚਾਚਾ ਉਹ ਵੀ IAS ਅਧਿਕਾਰੀ ਹੈ। ਇੱਕ ਜਣੀ 2 IAS ਜਿਹੜੇ ਅਧਿਕਾਰੀਆਂ ਦੇ ਪਰਿਵਾਰ ਦਾ ਜਿਹੜਾ ਇੱਕ ਪੁੱਤਰ ਹੈ ਬਲਵੰਤ ਸਿੰਘ, ਉਹਨੂੰ ਕਿਸ ਤਰੀਕੇ ਦੇ ਨਾਲ ਉਦੋਂ ਦਾ ਜਿਹੜਾ SSP ਹੈ ਸੁਮੇਧ ਸੈਣੀ ਉਹ ਘਰੋਂ ਮੋਹਾਲੀ ਚੋਂ ਚੁੱਕ ਕੇ ਤੇ ਉਸ ਨੂੰ ਕੋਹ ਕੇ ਤਸੀਹੇ ਦੇ ਕੇ ਤੇ ਉਹਦਾ ਜਿਹੜਾ ਉਹਨੂੰ ਜਾਣੀ ਆਪਣੇ ਕਾਗਜ਼ਾਦਾਂ ਦੇ ਵਿੱਚ ਉਹਨੂੰ ਫਰਾਰ ਹੋਇਆ ਦਰਸਾ ਦਿੰਦਾ। ਤਾਂ ਜਾਣੀ ਤੁਸੀਂ ਸਿਤਮ ਇਹ ਦੇਖੋ ਕਿ 2 IAS ਘਰ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹਦੀ ਕੋਈ ਸੁਣਵਾਈ ਨਹੀਂ ਹੋਈ ਤੇ ਉਹ ਦਰ ਦੇ ਉੱਤੇ ਹਰੇਕ ਉਹ ਯਤਨ ਸਰਦਾਰ ਬਲਵੰਤ ਸਿੰਘ ਮੁਲਤਾਨੀ ਦੇ ਪਿਓ ਨੇ ਉਹ ਕੀਤਾ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਤੇ ਕਾਨੂੰਨ ਦੀ ਚਾਰਾਜੋਈ ਉਸਨੇ ਹਰੇਕ ਤਰੀਕੇ ਦੀ ਕਰੀ। ਪਰ ਉਹਦਾ ਵਿੱਚ ਹੋਇਆ ਇਹ ਕਿ ਅੰਦਾਜ਼ਾ ਇਸ ਗੱਲ ਦਾ ਤੁਸੀਂ ਲਾ ਸਕਦੇ ਆ ਕਿ ਉਦੋਂ ਪੁਲਿਸ ਦਾ ਜਿਹੜਾ ਤੰਤਰ ਸੀ ਉਹ ਇੰਨਾ ਸ਼ਕਤੀਸ਼ਾਲੀ ਸੀ ਕਿ ਇਹਨਾਂ ਦੇ ਖਿਲਾਫ ਕੋਈ ਮਾਮਲਾ ਤੱਕ ਦਰਜ ਨਹੀਂ ਹੋਇਆ। ਤੇ ਬਹੁਤ ਲੰਬੇ ਸਮੇਂ ਬਾਅਦ ਕਹਿੰਦੇ ਜਦੋਂ ਉਸ ਮਾਮਲੇ ਵਿੱਚ ਉਹਦੇ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਕੁਝ ਹੋਰ ਜਿਹੜੇ ਨਾਮਜ਼ਦ ਬੰਦੇ ਸੀ ਜਦੋਂ ਉਹ ਬਰੀ ਹੋ ਗਏ ਫਿਰ ਉਹਨਾਂ ਗੱਲਾਂ ਨੂੰ ਆਧਾਰਿਤ ਬਣਾ ਕੇ ਜਿਹੜਾ ਬਲਵੰਤ ਸਿੰਘ ਦੇ ਫਾਦਰ ਸੀ ਤੇ ਉਹਨਾਂ ਨੇ ਜਿਹੜੀ ਆਪਣੀ ਕਾਨੂੰਨੀ ਜਿਹੜੀ ਆ ਉਹ ਚਾਰਾਜੋਈ ਜਾਰੀ ਰੱਖੀ ਤਾਂ ਕਿਤੇ ਜਾ ਕੇ ਕਹਿੰਦੇ ਕੋਈ ਮਾੜਾ ਮੋਟਾ ਮਾਮਲਾ ਦਰਜ ਹੋਇਆ, ਜਿਹਨੂੰ ਜਾ ਕੇ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਟੈਕਨੀਕਲ ਆਧਾਰ ਦੇ ਉੱਤੇ ਕਹਿੰਦੇ ਉਹਨੂੰ ਰੱਦ ਕਰ ਦਿੱਤਾ। ਠੀਕ ਹੈ ਜੀ, ਤੇ ਫਿਰ ਵੀ ਉਹਨਾਂ ਨੇ ਜਿਹੜੀ ਆਪਣੀ ਲੰਮੀ ਲੜਾਈ ਜਿਹੜੀ ਆ ਉਹ ਜਾਰੀ ਰੱਖੀ ਤੇ ਹੁਣ ਉਹਨਾਂ ਦੇ ਭਰਾ ਵੱਲੋਂ ਤੇ ਉਹ ਭਾਵੇਂ ਕਿ ਇਹਨਾਂ ਦੇ ਫਾਦਰ ਸਾਹਿਬ ਦੀ ਵੀ ਜਿਹੜੀ ਆ ਉਹ ਮੌਤ ਹੋ ਗਈ ਹੈ ਤਾਂ ਉਹਦੇ ਬਾਅਦ ਦੇ ਵਿੱਚ ਯਾਨੀ 29 ਸਾਲ ਦੇ ਬਾਅਦ ਆ ਹੁਣ ਪਿਛਲੇ ਦਿਨੀ 6 ਮਈ ਨੂੰ ਜਿਹੜਾ ਆਪਣੇ ਮੋਹਾਲੀ ਲਾਗੇ ਮਟੌਰ ਪਿੰਡ ਹੈ ਉੱਥੇ ਦਾ ਇੱਕ ਥਾਣੇ ਦੇ ਵਿੱਚ ਜਿਹੜੀ FIR ਦਰਜ ਹੋਈ ਹੈ। ਤਾਂ ਇਹਨੂੰ ਦਰਜ ਹੋਣ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ। ਤਾਂ ਇਹਦੇ ਪਿੱਛੇ ਭਾਵੇਂ ਕਾਰਨ ਕੋਈ ਵੀ ਹੋਣ
ਇਸ ਨੂੰ ਵੀ ਕਈ ਜਿਹੜਾ ਮੀਡੀਆ ਦਾ ਉਹ ਆ ਉਹਨੂੰ ਕਈ ਰੁੱਖ ਦੇ ਰਿਹਾ। ਕੋਈ ਕਹਿ ਰਿਹਾ ਜੀ ਇਹ ਕੈਪਟਨ ਦੀ ਸੈਣੀ ਦੇ ਨਾਲ ਨਿੱਜੀ ਉਹ ਹੈ, ਕਿਉਂਕਿ ਜਿਹੜਾ ਸੈਣੀ ਹੈ ਉਹ ਇਹੀ ਪੱਖ ਲੈ ਰਿਹਾ ਕਿ ਮੈਂ ਕੈਪਟਨ ਦੇ ਖਿਲਾਫ ਬਾਦਲਾਂ ਦੇ ਰਾਜ ਦੇ ਵਿੱਚ ਕੁਝ ਕੀਤਾ ਸੀ ਤੇ ਇਸ ਕਰਕੇ ਇਹ ਲੈ ਰਿਹਾ। ਪਰ ਜਿਹੜੇ ਤੱਥ ਨੇ ਉਹ ਆਪਣੇ ਆਪ ਬੋਲਦੇ ਨੇ। ਉਹ ਤੱਥ ਜਿਵੇਂ ਕਿ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਜਿਹੜਾ ਪਿੰਕੀ ਕੈਟ ਹੈ ਉਹਨੇ ਵੀ ਇਹ ਗੱਲਾਂ ਜਿਹੜੀਆਂ ਪੂਰੀਆਂ ਕੰਵਰ ਸੰਧੂ ਉਹਨਾਂ ਦੇ ਨਾਲ ਜਿਹੜੀ ਲੰਬੀ ਲੜੀ ਦੀ ਜਿਹੜੀ ਇੰਟਰਵਿਊ ਉਹਨਾਂ ਨੇ ਕੀਤੀ ਉਹਦੇ ਵਿੱਚ ਵੀ ਉਹਨੇ ਖੁਲਾਸੇ ਕੀਤੇ ਨੇ। ਤੇ ਉਸ ਤੋਂ ਇਲਾਵਾ ਹੁਣ ਜਿਹੜਾ ਪਿਛਲੇ ਦਿਨੀ ਇੱਕ ਜਿਹੜੀ ਵਕੀਲ ਹੈ ਮਾਨ ਕਰਕੇ, ਮਨਜੀਤ ਕੌਰ ਮਾਨ, ਤੇ ਉਹਨੇ ਜਾ ਕੇ ਕੋਰਟ ਦੇ ਵਿੱਚ ਖੁਲਾਸਾ ਕੀਤਾ ਕਿ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਇਸ ਤਰ੍ਹਾਂ ਦਾ ਵਰਤਾਰਾ ਸੀ। ਉਹਨਾਂ ਦੇ ਪਰਿਵਾਰ ਦੇ ਜੀਅ ਵੀ ਥਾਣੇ 'ਚ ਸਨ। ਉਹ ਕਹਿੰਦੀ ਮੈਂ ਚਸ਼ਮਦੀਦ ਗਵਾਹ ਹਾਂ ਤੇ ਜਦੋਂ ਮੈਂ ਦੇਖਿਆ ਕਿ ਸੈਣੀ ਦੀ ਮੌਜੂਦਗੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨੂੰ ਤਸ਼ੱਦਦ ਦੇ ਕੇ, ਟੌਰਚਰ ਦੇ ਕੇ ਉਸਦੀ ਜਿਹੜੀ ਹਾਲਤ ਆ ਉਸਨੇ ਬਿਆਨ ਕੀਤੀ ਹੈ। ਸੋ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹ ਸ਼ਕਤੀਸ਼ਾਲੀ ਐਨੇ ਕਿਸੇ ਨੇ FIR ਨਹੀਂ ਕੀਤੀ। ਤੇ ਹੁਣ ਉਹ ਜਿਹੜਾ ਮੀਡੀਆ ਕਈ ਵਾਰੀ ਉਧਰ ਨੂੰ ਉਹਨੂੰ ਦੇ ਰਿਹਾ ਕਿ ਇਹ ਕੈਪਟਨ ਦੀ ਉਹਦੇ ਕਰਕੇ, ਭਾਵੇਂ ਕਿਸੇ ਵੀ ਰੀਜ਼ਨ ਕਰਕੇ ਹੋਇਆ ਹੋਵੇ, ਪਰ ਇਹਨੇ ਧਿਆਨ ਜ਼ਰੂਰ ਖਿੱਚਿਆ ਤੇ ਉੱਥੇ ਉਹਨਾਂ ਦੀ ਮੌਤ ਵੀ ਹੋਈ ਹੈ ਤੇ ਸਾਰਾ ਕੁਝ ਪਤਾ ਹੈ। ਤੇ ਪੁਲਿਸ ਦਾ ਤੰਤਰ ਇੰਨਾ ਮਜ਼ਬੂਤ ਸੀ ਕਿ ਉਸ ਦੇ ਖਿਲਾਫ ਪਹਿਲਾਂ ਤਾਂ ਕੋਈ ਕਾਰਵਾਈ ਨਹੀਂ ਹੋਈ ਤੇ ਇੱਥੋਂ ਤੱਕ ਕਿ ਉਹਦੀ ਜਿਹੜੀ ਪੁਸ਼ਤ ਪਨਾਈ ਵੀ ਹੈ ਉਹ ਸਰਕਾਰੀ ਤੰਤਰ ਕਰ ਰਿਹਾ, ਭਾਵੇਂ ਉਹਦੇ ਵਿੱਚ ਸਰਕਾਰੀ ਤੰਤਰ ਦੇ ਵਿੱਚ ਬਾਦਲ ਰਹੇ ਹੋਣ, ਭਾਵੇਂ ਕਾਂਗਰਸ ਰਹੀ ਹੋਵੇ, ਭਾਵੇਂ ਕੋਈ ਹੋਰ ਰਿਹਾ ਹੋਵੇ। ਅਸੀਂ ਇੱਥੇ ਇਹ ਵੀ ਸਪਸ਼ਟ ਕਰ ਦਿੰਦੇ ਕਿ ਸਾਡੇ ਚੋਂ ਬਹੁਤੇ ਹਾਲੇ ਵੀ ਇਹ ਕਹਿੰਦੇ ਆ ਕਿ ਸਾਡੀ ਜਿਹੜੀ ਪਾਰਟੀ ਆ ਉਹ ਹਾਲੇ ਵੀ ਪੰਥਕ ਹੈ, ਕਿ ਉਹ ਜੇ ਪੰਥਕ ਹੈ ਤਾਂ ਉਹ 10 ਕਿੰਨੇ ਸਾਲ ਤੱਕ ਉਹਨੂੰ DGP ਬਣਾ ਕੇ ਉਹਦੀ ਪੁਸ਼ਤ ਪਨਾਈ ਜਿਹੜੀ ਆ ਉਹ ਕਰਦੀ ਰਹੀ ਹੈ। ਠੀਕ ਹੈ ਜੀ। ਤਾਂ ਅੱਜ ਤੱਕ ਉਹ ਜਿਹੜੀ ਆ ਉਹ ਕਰ ਰਹੀ ਹੈ। ਸੋ ਯਾਨੀ ਦੂਜਾ ਇਹ ਉਹਨਾਂ ਦੇ ਜਿਹੜੇ ਕਾਮਰੇਡੀ ਪੱਤਰਕਾਰ ਸੀ, ਜਿਹੜੇ ਸਾਰਾ ਕੁਝ ਖਾੜਕੂਆਂ ਦੇ ਨਾਂ ਦੇ ਉੱਤੇ ਲਾ ਕੇ ਆਪਣੀ ਭਾਰਤ ਮਾਤਾ ਦੀ ਜਿਹੜੀ ਜੈ ਕਰਨ ਵਾਲੇ ਬੰਦੇ ਨੇ ਤੇ ਉਹ ਭਾਰਤੀ ਰਾਸ਼ਟਰਵਾਦੀ ਦੀ ਸੇਵਾ ਉਹ ਇਸ ਰੂਪ ਦੇ ਵਿੱਚ ਕਰਦੇ ਰਹੇ ਨੇ ਕਿ ਉਹ ਇਹ ਸਾਰਿਆਂ ਦੇ ਜਦੋਂ ਖੁਲਾਸੇ ਤੁਸੀਂ ਕਰਦੇ ਆ ਜਾਂ ਅੱਜ ਦੇ ਜਿਹੜੀ ਨੌਜਵਾਨੀ ਨੂੰ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦਾ ਤੰਤਰ ਉਦੋਂ ਕੰਮ ਕਰਦਾ ਸੀ, ਕਿਸ ਤਰੀਕੇ ਨਾਲ ਕੋਹ ਕੇ ਉਹਨਾਂ ਨੂੰ ਮਾਰਿਆ ਜਾਂਦਾ ਸੀ। ਫਿਰ ਇਹ ਵੀ ਆਪਾਂ ਨੂੰ ਪਤਾ ਕਿ ਜਦੋਂ ਇਸ ਤਰੀਕੇ ਦਾ ਵਰਤਾਰਾ ਹੁੰਦਾ ਤਾਂ ਆਮ ਜਿਹੜੇ ਲੋਕ ਨੇ ਉਹ ਉਹਨਾਂ ਦੀ ਜਿਹੜੀ ਬਿਰਤੀ ਉਹ ਇਨਸਾਫ ਪਸੰਦ ਹੁੰਦੀ, ਉਹਨਾਂ ਦੇ ਵਿੱਚ ਰੋਹ ਦਾ ਜਾਗਣਾ ਵੀ ਜਿਹੜਾ ਉਹ ਹੁੰਦਾ। ਜਦੋਂ ਤੁਸੀਂ ਸਮਝਦੇ ਹੋ ਕਿ ਕਿਸੇ ਪਿੰਡ ਦੇ ਵਿੱਚ ਕਿਸੇ ਤਰੀਕੇ ਨਾਲ ਕਿਸੇ ਨਜਾਇਜ਼ ਹੋਈ ਹੈ ਤਾਂ ਉਹਦੇ ਨਾਲ ਕਿਸੇ ਦੇ ਮਨ ਦੇ ਵਿੱਚ ਰੋਹ ਜਾ ਕੇ ਕੋਈ ਹੋਰ ਵੀ ਜਿਹੜਾ ਉਹ ਸਾਹਮਣੇ ਹਥਿਆਰ ਬੰਦ ਰੂਪ ਦੇ ਵਿੱਚ ਆ ਜਾਂਦਾ ਤੇ ਉਹਨੂੰ ਵੀ ਖੁੰਡਾ ਕਰਨ ਖਾਤਰ ਸਰਕਾਰ ਨੇ ਜਿਹੜਾ ਆਪਣੇ ਬੰਦੇ ਬਲੈਕ ਕੈਟ ਭਰਤੀ ਕਰਕੇ ਯਾਨੀ ਖਾੜਕੂ ਧਿਰਾਂ ਦੇ ਨਾਲ ਤੇ ਜਿਹੜੀ ਉਹ ਹਮਦਰਦੀ ਨੂੰ ਉਹਨਾਂ ਨੇ ਉਹਨੂੰ ਕੁਚਲਣ ਖਾਤਰ ਉਹਨਾਂ ਨੇ ਆਪਣੇ ਜਿਹੜੀਆਂ ਬਲੈਕ ਕੈਟ ਤੋਂ ਜਿਹੜੀਆਂ ਕਾਰਵਾਈਆਂ ਕਰਾਈਆਂ। ਤਾਂ ਉਹ ਸਾਰਾ ਕੁਝ ਦੀ ਜਿਹੜੀ ਚਰਚਾ ਉਹ ਜ਼ਰੂਰ ਜਿਹੜੀ ਉਹ ਕਰਨੀ ਆ ਆਪਾਂ ਨੂੰ ਇੱਕ ਇੱਕ ਕਰਕੇ ਜਿਹੜੀ ਉਹ ਬਣਦੀ ਹੈ। ਬਿਲਕੁਲ ਜੀ, ਕਿਉਂਕਿ ਇਹਦੇ ਵਿੱਚ ਕਈ ਨੁਕਤੇ ਆ ਵੀ ਜਿਹੜੇ ਸਾਡੀ ਕੌਮ ਲਈ ਵਿਚਾਰਨੇ ਵਾਲੇ ਆ। ਵੀ ਪਹਿਲਾਂ ਤੇ ਅੱਜ ਕੱਲ੍ਹ ਦੇ ਹਿਸਾਬ ਦੇ ਨਾਲ ਜੇ ਅਸੀਂ ਦੇਖੀਏ ਖਾਸ ਤੌਰ ਤੇ ਵੀ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਆ ਜੀ, ਜਿਹਨੇ ਬਿਨਾਂ ਪਿਛੋਕੜ ਜਾਣਿਆ ਜਤਿੰਦਰ ਪੰਨੂ ਵਰਗੇ ਤੇ ਉਹ ਜਿਹੜੇ ਇਹੋ ਜਿਹੇ ਪੱਤਰਕਾਰ ਨੇ ਵੀ ਉਹਨਾਂ ਨੂੰ ਆਪਣਾ ਰੋਲ ਮਾਡਲ ਬਣਾਇਆ ਹੋਇਆ ਜਾਂ ਉਹਨਾਂ ਵੱਲ ਵੇਖਦੇ ਆ ਵੀ ਜੇ ਪੱਤਰਕਾਰੀ ਸਿੱਖਣੀ ਆ ਤੇ ਇਹਨਾਂ ਤੋਂ ਸਿੱਖੀਏ ਜਾਂ ਉਹ ਕਰੀਏ। ਉਹਨਾਂ ਲਈ ਇੱਕ ਸਵਾਲ ਇਹ ਆ ਵੀ ਭਾਈ ਆਲੇ ਦੁਆਲੇ ਨਾ ਨਜ਼ਰ ਮਾਰ ਕੇ ਵੇਖਿਓ ਭਈ ਜਿਹੜਾ ਸਮੇਧ ਸੈਣੀ ਵਾਲਾ ਸਾਰਾ ਇਹ ਕੇਸ ਆ ਵੀ ਇਹਦੇ ਵਿੱਚ ਜਤਿੰਦਰ ਪੰਨੂ ਨੇ ਜਾਂ ਹੋਰ ਜਿਹੜੇ ਉਹਦੀ ਕਲਾਸ ਦੇ ਜਾਂ ਕਹਿ ਲਓ ਵੀ ਉਹਦੀ ਜਿਹੜੀ ਕਾਮਰੇਡੀ ਜਮਾਤ ਆ ਵੀ ਉਹਦੇ ਪੱਤਰਕਾਰ ਜਿਹੜੇ ਨੇ ਸਾਰੇ ਭਈ ਉਹਨਾਂ ਵਿੱਚੋਂ ਕਿਸੇ ਨੇ ਕੋਈ ਟਿੱਪਣੀ ਕੀਤੀ ਹੋਵੇ ਜਿਹੜੀ ਤੱਥਾਂ ਨੂੰ ਤੇ ਨਿਊਟਰਲ ਵਿਊ ਜਿਹੜਾ ਆ ਵੀ ਉਹ ਪ੍ਰੋਵਾਈਡ ਕਰਦੀ ਹੋਵੇ, ਦਿੰਦੀ ਹੋਵੇ, ਤੇ ਉਹ ਉੱਥੋਂ ਤੁਸੀਂ ਇਹ ਦੇਖ ਲਿਓ ਵੀ ਇਹਨਾਂ ਦੀ ਜਿਹੜੀ ਪੱਤਰਕਾਰੀ ਆ ਵੀ ਉਹ ਕਿਹੜੇ ਪੱਧਰ ਦੀ ਆ ਤੇ ਕਿਸ ਰੰਗ ਦੀ ਆ। ਖਾਸ ਕਰਕੇ ਇਹ ਹੁਣ ਨਹੀਂ, ਜੇ ਹੁਣ ਕੋਈ ਕੱਦਾ ਮੈਂ ਕਹਿੰਦਾ ਵੀ ਇਨਫੋਰਮੇਸ਼ਨ ਦੇ ਤੌਰ ਤੇ ਇਸ ਕੇਸ ਨੂੰ ਕਿਤੇ ਖਬਰਾਂ ਦੇ ਵਿੱਚ ਲਿਆ ਰਿਹਾ ਹੋਵੇ ਉਹ ਵੀ ਆਪਾਂ ਸਮਝਦੇ ਹਾਂ। ਖਾਸ ਕਰਕੇ ਜਿਹੜਾ ਕਿ ਪੰਨੂ ਜਿਹੜਾ ਕਿ ਸਮਝਦਾ ਕਿ ਮੈਂ ਬਹੁਤ ਜਿਹੜੀ ਬੇਬਾਕੀ ਦੇ ਨਾਲ ਪੱਤਰਕਾਰੀ ਕਰਦਾ ਰਿਹਾ ਪਿਛਲੇ ਸਮੇਂ ਤੇ, ਔਰ ਉਹਦੇ ਤੋਂ ਕੋਈ ਜਿਹੜੇ ਤੱਥ ਛੁਪੇ ਨਹੀਂ ਹੋਏ। ਤੁਸੀਂ ਪੁਰਾਣੇ ਸਮੇਂ ਦੇ ਵਿੱਚ ਕੋਈ ਰਿਪੋਰਟਿੰਗ ਇਹਨਾਂ ਕੇਸਾਂ ਦੇ ਮੁਤਲਕ ਤੁਸੀਂ ਕੋਈ ਪੰਨੂ ਦੀ ਕੱਢ ਕੇ ਲਿਆਓ ਜਿਹਦੇ ਚੋਂ ਸੱਚ ਨਸ਼ਰ ਹੁੰਦਾ ਹੋਵੇ। ਬਿਲਕੁਲ। ਤੇ ਦੂਜਾ ਜਿਹੜਾ ਮਸਲਾ ਹੈਗਾ ਆ ਵੀ ਉਹ ਹੈਗਾ ਭਈ ਜਿਹੜੇ ਥਾਣੇ ਦੇ ਵਿੱਚ FIR ਦਰਜ ਹੋਈ ਆ। ਹਾਂਜੀ। ਹੁਣ ਜਦੋਂ ਆਪਾਂ ਵੇਖਦੇ ਹਾਂ ਭਈ ਚਲੋ ਉਹ ਟੈਕਨੀਕਲ ਮੁੱਦੇ ਹੋ ਸਕਦੇ ਆ ਕਈ, ਪਰ ਜਦੋਂ ਮੋਹਾਲੀ ਦੇ ਵਿੱਚ ਪਰਿਵਾਰ ਰਹਿੰਦਾ ਆ ਜੀ ਤੇ ਸਾਰਾ ਕੁਝ ਜਿਹੜਾ ਆ ਭਈ ਉਹ ਉੱਥੇ ਦਾ ਹੀ ਆ। ਤੇ ਹੁਣ ਮੈਨੂੰ ਇਹ ਨਹੀਂ ਧਿਆਨ ਹੈਗਾ ਵੀ ਮਟੌਰ ਜਿਹੜਾ ਆ ਵੀ ਉਹ ਮੋਹਾਲੀ ਦੇ ਕਿਹੜੇ ਇਲਾਕੇ ਦੇ ਵਿੱਚ ਵੀ ਉਹ ਥਾਣਾ ਜਿਹੜਾ ਆ ਪੈਂਦਾ ਆ, ਤੇ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਵੀ ਥੋੜ੍ਹਾ ਜਿਹਾ ਵਿਚਾਰਨੇ ਵਾਲੀ ਗੱਲ ਆ ਵੀ ਕਿਤੇ ਉਹੀ ਕੰਮ ਤੇ ਨਹੀਂ ਫੇਰ ਹੋਣਾ ਭਈ ਜਿੱਦਾਂ ਸੁਪਰੀਮ ਕੋਰਟ ਤੱਕ ਲਿਜਾ ਕੇ ਤੇ ਟੈਕਨੀਕਲ ਮੁੱਦੇ ਦੇ ਉੱਤੇ ਉਹ ਜਿਹੜੀ ਆ ਵੀ 2007-8 ਦੇ ਵਿੱਚ ਖਾਰਜ ਕਰ ਦਿੱਤਾ ਸੀ ਸਾਰੇ ਦਾ ਸਾਰਾ ਹੀ। ਤੇ ਇੱਦਾਂ ਹੀ ਹੁਣ ਕੋਈ ਟੈਕਨੀਕਲ ਗਰਾਊਂਡ ਬਣਾ ਕੇ ਹੁਣੇ ਹੀ ਜਿਹੜੀ FIR ਦਰਜ ਹੋਈ ਆ ਉਹਦੇ ਵਿੱਚ ਹੀ ਕੋਈ ਟੈਕਨੀਕਲ ਗਰਾਊਂਡ ਇੱਦਾਂ ਦੀ ਬਣਾ ਦਿੱਤੀ ਗਈ ਹੋਵੇ ਭਈ ਜਦੋਂ ਤੱਕ ਮਾਮਲਾ ਜਿਹੜਾ ਆ ਵੀ ਉਹ ਸਿਰੇ ਲੱਗਦਾ ਨਜ਼ਰ ਆਵੇ ਤੇ ਅਗਲੇ ਜਿਹੜੇ ਆ ਵੀ ਉਹ ਜਾ ਕੇ ਤੇ ਟੈਕਨੀਕਲ ਗਰਾਊਂਡਾਂ ਦੇ ਉੱਤੇ ਤੇ ਜਿਹੜਾ ਆ ਵੀ ਉਹ ਮਾਮਲਾ ਰਫਾ ਦਫਾ ਕਰਾ ਲੈਣ।
ਤੇ ਦੂਜਾ ਜਿਹੜਾ ਹੈਗਾ ਵੀ ਜਿਹੜੀ ਐਂਟੀਸਪੇਟਰੀ ਬੇਲ ਮਿਲੀ ਆ ਸੈਣੀ ਨੂੰ ਵੀ ਉਹਦੇ ਵਿੱਚ ਹੁਣ ਤੁਸੀਂ ਆਪ ਵੇਖੋ ਵੀ ਆ ਥੋੜਾ ਸਮਾਂ ਹੀ ਹੋਇਆ ਆ ਅਜੇ ਵੀ ਜਦੋਂ ਜਿਹੜਾ ਪੀ ਚਿਦੰਬਰਮ ਆ ਪੁਰਾਣਾ ਫਾਈਨੈਂਸ ਮਿਨਿਸਟਰ ਜਿਹੜਾ ਸੀਗਾ ਉਹਦੀ ਜ਼ੋਰ ਲੱਗ ਗਿਆ ਐਂਟੀਸਪੇਟਰੀ ਬੇਲ ਲੈਣ ਦੇ ਵਿੱਚ ਤੇ ਉਹਨੂੰ ਬੇਲ ਨਹੀਂ ਮਿਲੀ। ਉਹ ਤੋਂ ਬਾਅਦ ਜਦੋਂ ਅਰੈਸਟ ਵੀ ਹੋ ਗਿਆ ਉਹ ਤੋਂ ਬਾਅਦ ਵੀ ਬੇਲ ਨਹੀਂ ਦਿੱਤੀ ਉਹਨਾਂ ਨੇ ਸੁਪਰੀਮ ਕੋਰਟ ਨੇ ਭਈ ਅਖੇ ਭਈ ਇਹਦੀ ਦੂਸਰੀ ਜੇਲ੍ਹ ਦੇ ਵਿੱਚ ਰੱਖਣਾ ਇਹਨੂੰ ਜ਼ਰੂਰੀ ਆ। ਤੇ ਇੱਥੇ ਉਹਦੇ ਖਿਲਾਫ ਸਿਰਫ ਇੱਕ ਸਟੇਟਮੈਂਟ ਸੀਗੀ ਵੀ ਇਹ ਮੈਂ ਇਹ ਨਹੀਂ ਕਹਿ ਰਿਹਾ ਵੀ ਪੀ ਚਿਦੰਬਰਮ ਜਿਹੜਾ ਉਹ ਦੁੱਧ ਦਾ ਤੁਲਿਆ ਆ ਪਰ ਸਿਰਫ ਕੰਪੇਅਰ ਕਰਕੇ ਵੇਖੋ ਸਰਕਾਰੀ ਤੰਤਰ ਵੀ ਕੰਮ ਕਿਸ ਤਰੀਕੇ ਨਾਲ ਕਰਦਾ, ਇਸ ਤਰੀਕੇ ਨਾਲ ਕਰਦਾ। ਤੇ ਸੁਪਰੀਮ ਕੋਰਟ ਜਿਹੜਾ ਆ ਉਹਦੇ ਉੱਤੇ ਵੀ ਜੇ ਅਸੀਂ ਯਕੀਨ ਕਰਨ ਲੱਗ ਪਈਏ ਵੀ ਸੁਪਰੀਮ ਕੋਰਟ ਨੇ ਤੇ ਨਿਆਂ ਕਰਨਾ ਹੀ ਆ ਤੇ ਉਹ ਵੀ ਹੁਣ ਜਿਹੜੀ ਸੰਭਾਵਨਾ ਉਹਨਾਂ ਨੇ ਜ਼ੀਰੋ ਕਰ ਦਿੱਤੀ ਆ। ਹੁਣ ਉਹ ਜਦੋਂ ਕਹਿ ਲਓ ਵੀ ਤੰਤਰ ਤੁਹਾਡੇ ਖਿਲਾਫ ਆ ਭਾਵੇਂ ਤੁਸੀਂ ਜੋ ਮਰਜ਼ੀ ਹੋਵੋ ਉਹ ਤੁਹਾਨੂੰ ਮਤਲਬ ਵੀ ਕਿਸੇ ਨੇ ਤੁਹਾਡੀ ਸੁਣਨੀ ਨਹੀਂ ਜੀ। ਭਾਰਤੀ ਤੰਤਰ ਬਾਰੇ ਤਾਂ ਮੈਂ ਕਹਿੰਦਾ ਵੀ ਸਾਨੂੰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਜਿਹੜਾ ਉਹ ਹੈ ਉਹ ਜਿਹੜੀ ਇੱਕ ਬਹੁ ਗਿਣਤੀ ਰਾਜ ਕਰਨ ਵਾਲੀ ਜਮਾਤ ਹੈ ਸਿਰਫ ਉਹਦੀ ਪ੍ਰੋਟੈਕਸ਼ਨ ਲਈ ਜਿਹੜੀ ਜਮਾਤ ਦੇ ਹੱਥ ਦੇ ਵਿੱਚ ਉੱਥੇ ਸੱਤਾ ਹੈ ਜਾਂ ਤਾਕਤ ਹੈ ਉਹ ਉਹਦੀ ਇੱਕ ਕਠਪੁਤਲੀ ਵਾਂਗ ਹੀ ਕੰਮ ਕਰਦਾ। ਸਾਨੂੰ ਭਾਵੇਂ ਉਹ ਕਾਂਗਰਸ ਦੇ ਵਿੱਚ ਕਾਂਗਰਸ ਸੀ ਉਦੋਂ ਵੀ ਆ ਗਿਆ ਸਾਰੇ ਜਿਹੜੇ ਕੇਸ ਆ ਉਹਨਾਂ ਅਫਸਰਾਂ ਨੂੰ ਉਹਨਾਂ ਅਦਾਲਤਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਠੀਕ ਹੈ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਾਂ ਉਹਨਾਂ ਦੀਆਂ ਜਿਹੜੀਆਂ ਡਾਇਰੈਕਸ਼ਨ ਦੇ ਨਾਲ ਕੰਮ ਕਰਦਾ ਤੇ ਅੱਜ ਵੀ ਉਸੇ ਤਰੀਕੇ ਨਾਲ ਕਰ ਰਿਹਾ। ਆਪਾਂ ਕਹਿ ਸਕਦੇ ਹਾਂ ਆਪਾਂ ਨੂੰ ਪਤਾ ਆ ਪਰ ਜਿਹੜੇ ਬਹੁਤੇ ਹੈਗੇ ਆ ਵੀ ਜਿਹੜੇ ਇਹ ਆਸਾਂ ਲਾਈ ਬੈਠੇ ਆ ਜਾਂ ਜਿਹੜੇ ਕਹ ਲਓ ਵੀ ਭਾਰਤੀ ਰਾਸ਼ਟਰਵਾਦ ਦੇ ਪੁਜਾਰੀ ਨੇ ਜਿਹੜੇ ਕਹਿੰਦੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ, ਕਾਨੂੰਨ ਦਾ ਰਾਜ ਆ ਜੀ ਹੋਰ ਸਾਰਾ ਕੁਝ ਹੈਗਾ ਆ ਉਹਨਾਂ ਲਈ ਇਹ ਵਿਚਾਰਨਾ ਜ਼ਰੂਰੀ ਆ ਵੀ ਇਹ ਹੁਣ ਦੋਵੇਂ ਮੁੱਦੇ ਜਿਹੜੇ ਆ ਵੀ ਆਪਸ ਕੰਪੇਅਰ ਕਰਕੇ ਵੇਖਿਓ ਜੀ ਵੀ ਇੱਕ ਦੇ ਉੱਤੇ ਤਸ਼ੱਦਦ ਕਤਲ ਤੇ ਆਪਣੀ ਜਿਹੜੀ ਉਹਦੀ ਪਾਵਰ ਸੀਗੀ ਪੋਸਟ ਦੀ ਵੀ ਉਹਦਾ ਜਿਹੜਾ ਦੁਰਵਰਤੋਂ ਆ ਅਤ ਦਰਜੇ ਦੀ ਵੀ ਉਹ ਕੇਸ ਨੇ ਦਰਜ ਤੇ ਉਹਨੂੰ ਐਂਟੀਸਪੇਟਰੀ ਬੇਲ ਦੇ ਦਿੱਤੀ ਗਈ ਉਹਦੀ ਨਾ ਇਨਵੈਸਟੀਗੇਸ਼ਨ ਦੀ ਲੋੜ ਸਮਝੀ ਗਈ ਨਾ ਕੁਝ ਹੋਰ। ਤੇ ਇੱਕ ਜਿਹਦੇ ਖਿਲਾਫ ਕਿਸੇ ਨੇ ਜਿਹੜੀ ਆਲਰੇਡੀ ਬੀਬੀ ਜੇਲ੍ਹ ਦੇ ਵਿੱਚ ਸੀਗੀ ਵੀ ਉਹਨੇ ਸਟੇਟਮੈਂਟ ਦਿੱਤੀ ਤੇ ਉਹਦੀ ਬਿਨਾਂ ਦੇ ਉੱਤੇ ਵੀ ਅਗਲਿਆਂ ਨੇ ਉਹਨੂੰ ਨਾ ਐਂਟੀਸਪੇਟਰੀ ਬੇਲ ਦਿੱਤੀ ਨਾ ਉਹਨੂੰ ਜਦੋਂ ਅਰੈਸਟ ਹੋ ਗਿਆ ਉਹ ਤੋਂ ਬਾਅਦ ਕੋਈ ਬੇਲ ਦਿੱਤੀ ਜੇਲ੍ਹ ਦੇ ਅੰਦਰ ਰੱਖਿਆ। ਹੁਣ ਉਹਦੇ ਨਾਲ ਹੀ ਜੋੜ ਲਓ ਵੀ ਜਿਹੜੀ ਆਪਾਂ ਗੱਲ ਕੀਤੀ ਆ ਵੀ ਬਲਵੰਤ ਸਿੰਘ ਮਲਤਾਨੀ ਦੇ ਫਾਦਰ ਸਾਹਿਬ ਵੀ IAS ਤੇ ਚਾਚਾ ਵੀ IAS ਤੇ ਹੋਰ ਜਿਹੜੇ ਵੀ ਉੱਚੇ ਅਹੁਦਿਆਂ ਵਾਲੇ ਭਈ ਪਰਿਵਾਰ ਦੇ ਉਹ ਵਿੱਚ ਹੋਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋਈ। ਤੇ ਇਦਾਂ ਹੀ ਰੁਪਨ ਦੇ ਕੋਲ ਬਜਾਜ ਦਾ ਲੈ ਲਓ ਉਹ ਆਪ IAS ਉਹਦਾ ਘਰ ਵਾਲਾ IAS ਉਹਦਾ ਪਿਓ ਪੁਰਾਣਾ ਮਿਲਟਰੀ ਦਾ ਰਿਟਾਇਰਡ ਤੇ ਉਹ ਨਾਲ ਵੀ ਉਹ ਸਕੂਲ ਚਲਾ ਰਿਹਾ ਪਿਓ ਵੀ ਜਿਹੜਾ ਸਕੂਲ ਦੇ ਵਿੱਚੋਂ ਵੀ ਜਿਹੜੇ ਨਿਆਣੇ ਨਿਕਲੇ ਉਹ ਅਖੇ ਵੀ ਜਰਨੈਲਾਂ ਦੇ ਅਹੁਦਿਆਂ ਤੱਕ ਪਹੁੰਚੇ ਹੋਏ ਜੀ ਤੇ ਉਹਦੀ ਜੋ ਹਾਲਤ ਹੋਈ ਉੱਥੇ ਪੰਜਾਬ ਦੇ ਵਿੱਚ ਉਹਦੇ ਇਹ ਸਾਰਾ ਕੁਝ ਨਜ਼ਰ 'ਚ ਰੱਖਦਿਆਂ ਹੋਇਆਂ ਦਿਮਾਗ 'ਚ ਰੱਖਦਿਆਂ ਵੀ ਇਹ ਅੰਦਾਜ਼ਾ ਲਾਓ ਵੀ ਕਿਹੋ ਜਿਹੀ ਗੁੰਡਾਗਰਦੀ ਉੱਥੇ ਪੰਜਾਬ ਦੇ ਵਿੱਚ ਜਿਹੜੇ ਲੋਕ ਸੀਗੇ ਆਪਾਂ ਲੋਕ ਗੱਲ ਹੀ ਕਹੀਏ ਵੀ ਸਿੱਖ ਜਿਹੜੇ ਸੀਗੇ ਵੀ ਉਹ ਚੱਲ ਰਹੇ ਭਈ ਕਿਉਂਕਿ ਪਰ ਉਹਦੇ ਵਿੱਚ ਹੁਣ ਜਿਹੜੇ ਜਦੋਂ ਤੰਤਰ ਦੇ ਨਾਲ ਤੁਹਾਡਾ ਕਿਤੇ ਪਰਸਨਲ ਪੈ ਜਾਂਦਾ ਵੀ ਜਿਹੜੇ ਉਹ ਪਰਿਵਾਰ ਦੀ ਉਦਾਹਰਨ ਦਿੰਦੇ ਆ ਵੀ ਜਿਹਨੂੰ ਸੈਣੀ ਨੇ ਮਾਰਿਆ ਉੱਥੇ ਹਿੰਦੂ ਪਰਿਵਾਰ ਸੀਗਾ ਲੁਧਿਆਣੇ ਦਾ ਤੇ ਉਹ ਗਿਣੇ ਚੁਣੇ ਉਦਾਹਰਨਾਂ ਹੈਗੀਆਂ ਪਰ ਜਿਹੜਾ ਮੈਜੋਰਟੀ ਆ ਵੀ ਉਹ ਸਿੱਖਾਂ ਨੂੰ ਜੋ ਚੱਲਣਾ ਪਿਆ ਔਰ ਉਹਦੇ ਲਈ ਜੇ ਕਿਸੇ ਨੂੰ ਕੋਈ ਦਿਮਾਗ ਦੇ ਵਿੱਚ ਸਵਾਲ ਹੈਗਾ ਆ ਤੇ ਆ ਬਲਵੰਤ ਸਿੰਘ ਮਲਤਾਨੀ ਵਾਲਾ ਕੇਸ ਤੇ ਆਪਣਾ ਪ੍ਰੋਫੈਸਰ ਭੁੱਲਰ ਵਾਲਾ ਤੇ ਜਟਾਣੇ ਦੇ ਪਰਿਵਾਰ ਵਾਲਾ ਇਹਨਾਂ ਤਿੰਨਾਂ ਦੇ ਬਰਾਬਰ ਕੋਈ ਕੇਸ ਦਿਖਾ ਦਿਓ ਵੀ ਜਿਹੜਾ ਹਿੰਦੂਆਂ ਦੇ ਨਾਲ ਵਾਪਰਿਆ ਹੋਵੇ ਸੋ ਉਹ ਸਾਰਾ ਕੁਝ ਜਿਹੜਾ ਆ ਉਹ ਇਧਰ ਨੂੰ ਪੁਆਇੰਟ ਆਊਟ ਕਰਦਾ ਆ ਵੀ ਕਾਨੂੰਨ ਜਿਹੜੇ ਆ ਵੀ ਦੋਹਰੇ ਮਾਪਦੰਡ ਹੀ ਨਹੀਂਗੇ ਬਲਕਿ ਸਾਰੇ ਦਾ ਸਾਰਾ ਤੰਤਰ ਜਿਹੜਾ ਆ ਉਹ ਜਿੱਦਾਂ 47 ਤੋਂ ਪਹਿਲਾਂ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਭੁਗਤਦਾ ਸੀਗਾ ਉਹ ਤੋਂ ਕਿਤੇ ਬਦਤਰ ਤਰੀਕੇ ਦੇ ਨਾਲ ਭਈ ਅੱਜ ਕੱਲ ਦੇ ਜਿਹੜੇ ਇਹ ਕਲੋਨੀਅਲ ਮਾਸਟਰ ਬੈਠੇ ਨੇ ਉੱਥੇ ਕਬਜ਼ਾ ਕਰਕੇ ਤੇ ਉਹ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਰਿਹਾ। ਸੋ ਇਹ ਜਦੋਂ ਜਿੰਨੀ ਛੇਤੀ ਅਸੀਂ ਇਹ ਸਮਝ ਲਈਏ ਓਨਾ ਹੀ ਸਾਨੂੰ ਇਹ ਅਹਿਸਾਸ ਜਿਹੜਾ ਆ ਔਰ ਇਹ ਐਕਸੈਪਟ ਕਰਨਾ ਸੌਖਾ ਹੋ ਜਾਣਾ ਭਈ 47 ਦੇ ਵਿੱਚ ਜੇ ਅਸੀਂ ਕਹਿੰਦੇ ਆ ਵੀ ਆਜ਼ਾਦੀ ਮਿਲ ਗਈ ਸੀ ਤੇ ਉਹ ਸਾਡਾ ਬਹੁਤ ਵੱਡਾ ਭੁਲੇਖਾ ਆ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਆ। ਤੇ ਜੇ ਅਸੀਂ 47 ਤੋਂ ਪਹਿਲਾਂ ਲੜਦੇ ਰਹੇ ਆ ਤੇ 47 ਤੋਂ ਬਾਅਦ ਜਿਹੜਾ ਆ ਵੀ ਉਹ ਵੀ ਉਸੇ ਹਿਸਾਬ ਦੀ ਲੜਾਈ ਜਿਹੜੀ ਆ ਉਹ ਲੜਨੀ ਜ਼ਰੂਰੀ ਆ। ਤੇ ਤਾਂ ਕਰਕੇ ਭਈ ਜਿਹੜਾ ਮੇਰਾ ਆਪਣਾ ਜਿਹੜਾ ਨਿੱਜੀ ਵਿਚਾਰ ਆ ਉਹ ਇਹ ਆ ਭਈ ਜਿਹੜੀ 47 ਤੱਕ ਗੱਲ ਪਹੁੰਚੀ ਸੀਗੀ ਜਾਂ ਕਹਿ ਲਓ ਵੀ 25 ਤੱਕ ਦਾ ਜਿਹੜਾ ਸਾਡਾ ਗੁਰਦੁਆਰੇ ਆਜ਼ਾਦ ਕਰਾਣੇ ਦਾ ਏਜੰਡਾ ਸੀਗਾ ਵੀ ਉਹ ਪਹੁੰਚਿਆ ਸਿਰੇ ਲੱਗਿਆ ਹੈਗਾ ਉਹ ਹਥਿਆਰਬੰਦ ਲੜਾਈਆਂ ਨਾਲ ਨਹੀਂ ਲੱਗਿਆ ਉਹ ਇੱਕ ਪ੍ਰੋਪਰ ਸਿਸਟਮ ਰਾਹੀਂ ਅਸੀਂ ਜਿਹੜਾ ਆ ਵੀ ਉਹਨੂੰ ਜਿਹੜਾ ਸਾਡਾ ਵਿਰੋਧ ਸੀਗਾ ਤੇ ਜਿਹੜੀ ਸਾਡੀ ਆਪਣੇ ਹੱਕਾਂ ਦੇ ਵਿੱਚ ਉਠਾਈ ਆਵਾਜ਼ ਸੀਗੀ ਵੀ ਉਹ ਅਸੀਂ ਤਰੀਕੇ ਨਾਲ ਕੀਤੀ ਆ ਤੇ ਅਸੀਂ ਉੱਥੇ ਤੱਕ ਪਹੁੰਚੇ ਹੈਗੇ।
ਤੇ ਜਿਹੜੀ ਇਹ ਦੂਸਰੀ ਆ ਭਗਤ ਸਿੰਘ ਵਾਲੀ ਤੇ ਹੋਰ ਉਹਨੂੰ ਦੇਖ ਲਓ ਵੀ ਕਿਹੜੇ ਬੰਦੇ ਜਿਹੜੇ ਆ ਵੀ ਉਹ ਪ੍ਰਮੋਟ ਕਰਦੇ ਆ ਜੀ। ਜਿਹੜੇ ਬੰਦੇ ਭਗਤ ਸਿੰਘ ਵਾਲਾ ਜਿਹੜਾ ਤਰੀਕਾ ਆ ਉਹਨੂੰ ਪ੍ਰਮੋਟ ਕਰਦੇ ਆ, ਉਹੋ ਹੀ ਸਭ ਤੋਂ ਜ਼ਿਆਦਾ ਜਿਹੜਾ ਵੀ ਜੇ ਸਿੱਖਾਂ ਵਾਲਾ ਜਿਹੜਾ ਤਰੀਕਾ 80ਵਿਆਂ 90ਵਿਆਂ ਦੇ ਵਿੱਚ ਜਿਹੜਾ ਵਰਤਿਆ ਗਿਆ ਹੈ, ਸਭ ਤੋਂ ਵੱਡੇ ਵਿਰੋਧੀ ਉਹੀ ਬੰਦੇ ਨੇ, ਉਹੀ ਬੰਦੇ ਆ। ਜਤਿੰਦਰ ਪੰਨੂ ਸਭ ਤੋਂ ਜ਼ਿਆਦਾ ਜਿਹੜੀ ਆ ਵੀ ਉਹ ਇਹਦੀ ਭਗਤ ਸਿੰਘ ਦੀ ਵੀ ਹੀਰੋ ਵਾਂਗ ਪੇਸ਼ ਕਰਦਾ ਸਿਰ ਤੇ ਬਿਠਾ ਕੇ, ਤੇ ਉਹੀ ਬੰਦਾ ਸਭ ਤੋਂ ਜ਼ਿਆਦਾ ਜ਼ਹਿਰ ਜਿਹੜੀ ਆ ਵੀ ਉਹ ਉਹਨਾਂ ਬਾਰੇ ਉਗਲਦਾ ਵੀ ਜਿਹੜੇ ਉਹਨੇ 80ਵਿਆਂ 90ਵਿਆਂ ਦੇ ਵਿੱਚ ਆਜ਼ਾਦੀ ਲਈ ਉਹੀ ਰਾਹ ਜਿਹੜਾ ਵੀ ਉਹ ਅਪਣਾਇਆ ਸੀ। ਹੁਣ ਤੁਸੀਂ ਤਾਂ ਬੜੀ ਵਧੀਆ ਐਗਜ਼ਾਮਪਲ ਦੇਤੀ ਚਿਦੰਬਰਮ ਦੀ, ਕਿਉਂਕਿ ਚਿਦੰਬਰਮ ਵਰਗਾ ਤਾਕਤਵਰ ਬੰਦਾ ਉੱਥੇ ਹੋ ਨਹੀਂ ਸਕਦਾ ਕਿ ਜਦੋਂ ਜਿਹੜੀ ਹੈ ਸੱਤਾਧਾਰ ਧਿਰ ਹੈ ਉਹ ਕਿਸੇ ਦੇ ਨਾਲ ਜਦੋਂ ਧੱਕਾ ਕਰਨ ਦੇ ਉੱਤੇ ਆਉਂਦੀ ਆ ਤਾਂ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਆ ਕਾਨੂੰਨ ਦੀ ਤੇ ਸੁਪਰੀਮ ਕੋਰਟਾਂ ਦੀ ਵਰਤੋਂ ਆਪਣੇ ਹਿੱਤ ਦੇ ਵਿੱਚ ਕਰਦੀ ਹੈ। ਪਰ ਇਹਦੀ ਇੱਕ ਹੋਰ ਐਗਜ਼ਾਮਪਲ ਵੀ ਹੈ ਜਿਹੜਾ ਕਿ ਆਪਾਂ ਨੂੰ ਪਿੱਛੇ ਕਾਫੀ ਚਰਚਿਤ ਕੇਸ ਹੋਇਆ ਸੀ, ਜਗਤਾਰ ਸਿੰਘ ਜੱਗੀ ਜੌਲ ਜਿਹਨੂੰ ਕਹਿੰਦੇ ਆ, ਉਹ ਹੋਇਆ ਸੀ ਜਿਹੜੇ ਇੰਗਲੈਂਡ ਤੋਂ ਜਾ ਕੇ ਮੁੰਡੇ ਉੱਥੇ ਇਹਨਾਂ ਨੇ ਫੜ ਕੇ ਅੰਦਰ ਕੀਤੇ ਆ, ਤੇ ਉਹਨਾਂ ਦਾ ਵੀ ਕੇਸ ਚੱਲ ਰਿਹਾ। ਉਹਨਾਂ ਦੀ ਵੀ ਕਹਿੰਦੇ ਜਿਹੜੀ ਉਹ ਰੱਦ ਕੀਤੀ, ਪਿੱਛੇ ਰਿਵਿਊ ਪਟੀਸ਼ਨ ਰੱਦ ਹੋਈ ਆ ਹੁਣੇ ਪਿਛਲੇ ਦਿਨੀ, ਤਾਂ ਉਹ ਆਪਣੇ ਉਹਦੇ ਵਿੱਚ ਕਹਿੰਦੇ ਉਹਨਾਂ ਨੇ ਸਿਰਫ ਬਿਲਕੁਲ ਉਹੀ ਜੱਜ ਦੇ ਕੋਲ ਰਿਵਿਊ ਸੀਗੀ ਤੇ ਉਹਨੇ ਪਹਿਲਾਂ ਜਿਹੜੀ ਜੱਜਮੈਂਟ ਸੁਣਾਈ ਹੈ, ਉਹ ਕਹਿੰਦਾ ਵੀ ਜਿਹੜੇ ਗਵਾਹ ਉਹ ਮਾਰ ਦਿੱਤੇ ਗਏ ਆ ਉਸ ਕੇਸ ਦੇ ਵਿੱਚ, ਜਦ ਕਿ ਕਹਿੰਦੇ ਵੀ ਉਦਾਂ ਦੀ ਉਹਦੇ ਕਿਸੇ ਦੇ ਉੱਤੇ ਕੋਈ ਅਟੈਂਪਟ ਵੀ ਨਹੀਂ ਹੋਈ ਮਰਡਰ ਦੀ, ਤੇ ਉਹ ਯਾਨੀ ਬਿਲਕੁਲ ਨਿਰਾਧਾਰ ਝੂਠ ਦੇ ਆਧਾਰ ਦੇ ਉੱਤੇ ਉਹਨੂੰ ਬਣਾ ਕੇ ਰੱਦ ਕਰ ਦਿੱਤਾ। ਤੇ ਦੂਜੇ ਪਾਸੇ ਜਿਹੜੇ ਤੁਸੀਂ ਗੱਲ ਕਰੀ ਐਂਟੀਸੈਪਟਰੀ ਬੇਲ ਇਹਦੀ ਸੈਣੀ ਦੀ, ਇਹਨੂੰ ਯਾਨੀ ਅਰੈਸਟ ਕਰਨ ਦਾ ਕੋਈ ਯਤਨ ਹੀ ਨਹੀਂ ਕਰਿਆ। ਉਹ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ ਤੇ ਉੱਥੇ ਤੇ ਉਹ ਕਦੇ ਸ਼ਿਮਲੇ ਆਪਣਾ ਹਿਮਾਚਲ ਨੂੰ ਤੁਰਨੇ ਨੂੰ ਫਿਰਦਾ, ਉਹ ਖਬਰਾਂ ਲੱਗ ਜਾਂਦੀਆਂ, ਪਤਾ ਲੱਗ ਜਾਂਦਾ ਸਭ ਨੂੰ, ਤੇ ਪੁਲਿਸ ਨੂੰ ਲੱਭਦਾ ਹੀ ਨਹੀਂ, ਪੁਲਿਸ ਨੂੰ ਨਹੀਂ ਲੱਭਦਾ। ਠੀਕ ਹੈ, ਤੇ ਉਹ ਕੋਈ ਆਵੇਂ ਮਹੱਤੜ ਬੰਦਾ ਜਿਹਦੇ ਦੇ ਉੱਤੇ ਕੋਈ ਮਾੜਾ ਮੋਟਾ ਹੋਵੇ ਤਾਂ ਪੁਲਿਸ ਜਿਹੜੇ ਰਾਤ ਨੂੰ ਚੱਕ ਕੇ ਸਣੇ ਟੱਬਰਾਂ ਦੇ ਫਟਾਫਟ ਆ ਜਾਂਦੀ ਹੈ। ਸੋ ਇਹ ਜਿਹੜਾ ਸਾਰਾ ਸਿਸਟਮ ਹੈ, ਇਹ ਸਾਡੀ ਹੁਣ ਦੀ ਪਨੀਰੀ ਨੂੰ ਜਿਹੜਾ ਉਹ ਸਮਝਣਾ ਬਣਦਾ ਕਿ ਹੁਣ ਦੇ ਸਮੇਂ ਦੇ ਵਿੱਚ ਵੀ ਜੇ ਇਹ ਕੁਝ ਹੋ ਰਿਹਾ ਤੇ ਉਦੋਂ ਜਦੋਂ ਤੰਤਰ ਬੋਲੀਓ ਤੂਤੀਓ ਸੈਣੀ ਵਰਗਿਆਂ ਦੀ ਬੋਲਦੀ ਸੀ, ਇਹ ਪਾਵਰ ਦੇ ਵਿੱਚ ਸੀ, ਸੱਤਾ ਦੇ ਵਿੱਚ ਸੀ, ਤੇ ਉਦੋਂ ਜਿਹੜਾ ਮਾਹੌਲ ਆ ਉਹ ਕਿੱਦਾਂ ਦਾ ਹੋਏਗਾ। ਠੀਕ ਹੈ, ਤੇ ਕਿਸ ਤਰੀਕੇ ਦੇ ਅਸੀਂ ਜਿਹੜੇ ਧੱਕੇ ਆ ਉਹ ਝੱਲੇ ਹੋਣਗੇ। ਤੇ ਹੁਣ ਇੱਕ ਜਿਹੜੀ ਇਹਦੇ ਨਾਲ ਲੱਗਦੀ ਗੱਲ ਆਪਾਂ ਅਗਲੀ ਕਰ ਲਈਏ ਕਿ ਇੱਕ ਜਿਹੜਾ ਐਕਸ DGP ਹੈ ਸਰਬਜੀਤ ਸਿੰਘ ਵਿਰਕ, ਉਹਦੀ ਵੀ ਇੱਕ ਇੰਟਰਵਿਊ ਜਿਹੜੀ ਆ ਉਹ ਇੱਕ ਪੱਤਰਕਾਰ ਨੇ ਲਿਖੀ, ਉਹਨਾਂ ਦੇ ਨਾਲ ਜਿਹੜੀ ਆ ਉਹ ਸਾਹਮਣੇ ਆਈ ਹੈ। ਤਾਂ ਉਹਦੇ ਵਿੱਚ ਦੋ ਪਹਿਲੂ ਨੇ ਉਹਦੇ ਵਿੱਚ ਜਿਹੜੇ ਸਾਡਾ ਧਿਆਨ ਮੰਗਦੇ ਨੇ। ਇੱਕ ਤਾਂ ਇਹ ਹੈ ਕਿ ਇੱਦਾਂ ਭਾਵੇਂ ਕਿ ਆਪਾਂ ਨੂੰ ਪਤਾ ਵੀ ਉਹ ਵੀ ਦੁੱਧ ਦਾ ਧੋਤਾ ਹੋਇਆ ਨਹੀਂ, ਉਹਨੇ ਵੀ ਬਹੁਤ ਸਾਰੇ ਉਹ ਮੰਨਦਾ ਵੀ ਆ ਤੇ ਉਹਨੇ ਕੀਤੇ ਵੀ ਆ, ਤੇ ਵੀ ਘੱਟੋ ਘੱਟ ਜਿਹੜੇ ਪੁਰਾਣੇ ਸਾਡੇ ਜਿਨ੍ਹਾਂ ਦੀ ਮਾੜੀ ਮੋਟੀ ਕੋਈ ਜ਼ਮੀਰ ਜਾਗਦੀ ਆ ਉਹ ਘੱਟੋ ਘੱਟ ਰਿਕਾਰਡ ਤੇ ਰੱਖ ਦੇਣ ਸਾਡੀਆਂ ਜਨਰੇਸ਼ਨਾਂ ਨੂੰ ਦੱਸਣ ਲਈ ਕਿ ਭਾਈ ਆਹ ਕੁਛ ਉੱਥੇ ਹੋਇਆ ਹੈ। ਹੁਣ ਉਹ ਵੀ ਇਹ ਗੱਲ ਕਹਿ ਰਿਹਾ ਮੁਲਤਾਨੀ ਵਾਲੇ ਮਸਲੇ ਦੇ ਵਿੱਚ ਵੀ, ਤੇ ਭੁੱਲਰ ਵਾਲੇ ਪ੍ਰੋਫੈਸਰ ਭੁੱਲਰ ਵੀ, ਉਹ ਬਿਲਕੁਲ ਨਿਰਦੋਸ਼ ਸੀ, ਤੇ ਪਰ ਉਹ ਸਾਰੇ ਦੇ ਬਾਵਜੂਦ ਵੀ ਉਹ ਇੱਕ ਵਿਚਾਰਾ ਆਪਣੀ ਜਿਹੜੀ ਆ ਉਹ ਜਾਨੇ ਗਵਾ ਬੈਠਾ, ਤੇ ਦੂਜਾ ਵਿਚਾਰਾ ਉਹ ਵੀ ਹਾਲੇ ਤੱਕ ਜਿਹੜਾ ਉਹ ਜੇਲ੍ਹ ਦੇ ਵਿੱਚ ਪਿਸ ਰਿਹਾ, ਤੇ ਉਹਦੀ ਦਿਮਾਗੀ ਹਾਲਤ ਉਹ ਸਾਰੀ ਕੌਮ ਦੇ ਸਾਹਮਣੇ। ਉਹ ਜਿਹੜੀ ਆ ਵੀ ਮੈਂ ਉਹ ਹਿੱਸਾ ਸੁਣਿਆ ਵੀ ਜਿੱਥੇ ਉਹ ਪ੍ਰੋਫੈਸਰ ਭੁੱਲਰ ਦੇ ਬਾਰੇ ਵੀ ਇਹ ਗੱਲ ਕਹਿੰਦਾ ਆ ਵੀ ਜਦੋਂ ਕਿ ਵੀ ਉਹਨੇ ਸੱਚ ਬੋਲ ਦਿੱਤਾ ਪ੍ਰੋਫੈਸਰ ਭੁੱਲਰ ਨੇ, ਬਾਕੀ ਸਾਰੇ ਜਿਹੜੇ ਆ ਵੀ ਉਹ ਮੁੱਕਰ ਗਏ, ਵੀ ਉਹ ਬਚ ਗਏ, ਸਾਰੇ ਬਰੀ ਹੋ ਗਏ, ਔਰ ਜਿਨ੍ਹਾਂ ਨੇ ਕਿਹਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਉਹ ਬਰੀ ਹੋ ਗਏ। ਇਹਨੇ ਇੰਨਾ ਕਹਿਤਾ ਵੀ ਮੈਂ ਤਾਰਾਂ ਜੋੜੀਆਂ, ਤੇ ਇਸ ਕਰਕੇ ਵੀ ਇਹਨੂੰ ਮੌਤ ਦੀ ਸਜ਼ਾ ਹੋ ਗਈ। ਹੁਣ ਜਿਹੜੀ ਗੱਲ ਸਮਝਣੇ ਵਾਲੀ ਆ ਤੇ ਜਿਹੜੀ ਉਹਨੂੰ DGP ਵਿਰਕ ਨੂੰ ਕਹਿਣੀ ਚਾਹੀਦੀ ਸੀ ਵੀ ਉਹ ਇਹ ਆ ਵੀ ਜਦੋਂ ਬਾਕੀ ਜਿਹੜੇ ਆ ਵੀ ਜਿਹੜੇ ਬਰੀ ਹੋਏ ਆ, ਕੀ ਤੁਸੀਂ ਉਹਨਾਂ ਨੂੰ ਸੱਚਾ ਮੰਨੋਗੇ ਕਿ ਜੋ ਇਹਨੇ ਭੁੱਲਰ ਨੇ ਕਿਹਾ ਉਹਦੇ ਪਿੱਛੇ ਸੋਚੋਗੇ ਵੀ ਇਹਨੇ ਕਿਉਂ ਕਿਹਾ? ਹੁਣ ਇੱਕ ਤੇ ਇਹ ਆ ਵੀ ਅੱਜ ਦੀ ਜਿਹੜੀ ਉਹਦੀ ਦਿਮਾਗੀ ਹਾਲਤ ਆ ਉਹ ਸਾਨੂੰ ਪਤਾ ਆ, ਦੂਜਾ ਇਹ ਵੀ ਜਿਹਦੇ ਪਰਿਵਾਰ ਦੇ ਬੰਦੇ ਇੰਨੇ ਮਾਰ ਦਿੱਤੇ, ਮਾਤਾ ਨੂੰ ਇੰਨਾ ਤਸ਼ੱਦਦ ਕੀਤਾ, ਉਹ ਸਾਰੇ ਤੋਂ ਬਾਅਦ ਜੇ ਉਹ ਬੰਦੇ ਨੂੰ ਫਿਰ ਉੱਥੋਂ ਜਰਮਨੀ ਤੋਂ ਇੰਨਾ ਮਤਲਬ ਖੱਜਲ ਕਰਕੇ ਤੇ ਇੱਥੇ ਲੈ ਆਂਦਾ ਹੈ, ਤੇ ਉਹ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਇਹ ਕਹੋ ਵੀ ਬਸ ਇੰਨੀ ਕੁ ਸਟੇਟਮੈਂਟ ਦੇ ਦੇ ਵੀ ਮੈਂ ਤਾਰਾਂ ਜੋੜੀਆਂ ਸੀ ਵੀ ਇਹਦੇ ਨਾਲ ਵੀ ਮਾਮਲਾ ਰਫਾ ਦਫਾ ਹੋ ਜਾਣਾ ਵੀ ਤੈਨੂੰ ਰਿਹਾ ਕਰ ਦੇਣਾ, ਉਹ ਬੰਦਾ ਜਿਹੜਾ ਸਤਿਆ ਹੋਇਆ ਇੰਨੇ ਚਿਰ ਦਾ ਵੀ ਪਰਿਵਾਰ ਤੋਂ ਤੇ ਹੋਰ ਸਾਰਾ ਕੁਝ ਇੰਨਾ ਗਵਾ ਚੁੱਕਿਆ ਹੈ, ਦਿਮਾਗੀ ਹਾਲਤ ਉਹਦੀ ਠੀਕ ਨਹੀਂ ਗੀ, ਤੇ ਉਹਦੇ ਕੋਲੋਂ ਇੰਨੀ ਗੱਲ ਕਹਾਣੀ ਕਿੰਨੀ ਕੁ ਔਖੀ ਆ। ਵੈਸੇ ਇਹਦਾ ਮਤਲਬ ਤੇ ਇਹ ਬਣਦਾ ਨਾ ਵੀ ਜਿਹੜੇ ਰਿਹਾ ਹੋਏ ਆ ਉਹ ਸਹੀ ਕਹਿ ਰਹੇ ਆ ਵੀ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਇਹਦੇ ਕੋਲੋਂ ਏਦਾਂ ਕਹਿ ਕੇ ਕਹਾਤਾ ਗਿਆ ਵੀ ਠੀਕ ਆ ਵੀ ਮੈਂ ਤਾਰਾਂ ਜੋੜੀਆਂ, ਨਹੀਂ ਤਾਂ ਬੰਦਾ ਕਿਹੜਾ ਆ ਵੀ ਏਦਾਂ ਕਹਿ ਦਿੰਦਾ ਵੀ ਹਾਂਜੀ ਠੀਕ ਆ ਜੀ ਮੈਂ ਤਾਰਾਂ ਜੋੜਤੀਆਂ।
ਵੀ ਜਦ ਕਿ ਨਾ ਉਹਨਾਂ ਕੋਲ ਲੈਣਾ ਦੇਣਾ ਨਾ ਕੁਝ ਹੋ ਰਿਹਾ, ਤੇ ਦੂਜੇ ਪਾਸੇ ਵਿਰਕੇ ਕਹਿ ਰਿਹਾ ਕਹਿੰਦਾ ਮੈਨੂੰ ਪਤਾ ਵੀ ਕੁਝ ਨਹੀਂ ਸੀ, ਉਹਨੂੰ ਪਤਾ ਵੀ ਕੁਝ ਨਹੀਂ। ਤੇ ਹੁਣ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਉਹੀ ਆ ਵੀ ਇਹ ਬੰਦਾ ਤਾਰਾਂ ਜੋੜ ਰਿਹਾ, ਉਹਨੂੰ ਪਤਾ ਹੈ ਨਹੀਂ ਵੀ ਮੈਂ ਕਾਹਦੀਆਂ ਤਾਰਾਂ ਜੋੜਨ ਲੱਗਿਆ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਇਹੀ ਚੀਜ਼ ਜਿਹੜੀ ਆ ਵੀ ਇੱਧਰ ਨੂੰ ਪੁਆਇੰਟ ਆਊਟ ਕਰਦਾ ਭਈ ਉਸ ਵੇਲੇ ਭੁੱਲਰ ਤੋਂ ਇਹ ਸਟੇਟਮੈਂਟ ਦਵਾਈ ਗਈ ਆ ਔਰ ਕਿਹਾ ਇਹ ਗਿਆ ਹੋਣਾ ਆ ਵੀ ਹਾਂ ਠੀਕ ਆ ਭਾਈ ਵੀ ਅਗੇ ਇੰਨੀ ਕੁ ਸਟੇਟਮੈਂਟ ਦੇ ਦੇ, ਮਾਮਲਾ ਹੁਣ ਤੇ ਸਾਰਾ ਰਫਾ ਦਫਾ ਹੀ ਆ। ਨਹੀਂ ਬਹੁਤੇ ਜਿਹੜੇ ਅਬਲਾ ਤਾਂ ਇਹ ਝੂਠੇ ਪੁਲਿਸ ਮੁਕਾਬਲਿਆਂ ਦੇ ਜਿਨ੍ਹਾਂ ਨੇ ਮੁੰਡੇ ਮਾਰ ਦਿੱਤੇ, ਬਹੁਤੇ ਜਿਹੜੇ ਕੋਰਟਾਂ ਦੇ ਵਿੱਚ ਗਏ ਆ ਉਹ ਬਰੀ ਇਸ ਕਰਕੇ ਹੁੰਦੇ ਸੀ ਕਿਉਂਕਿ ਪੁਲਿਸ ਦੀਆਂ ਟੋਟਲ ਦੀਆਂ ਜਿਹੜੀਆਂ ਕਹਾਣੀਆਂ ਸੀ ਉਹ ਸਾਰੀਆਂ ਝੂਠ ਦੇ ਆਧਾਰ ਤੇ ਘੜੀਆਂ ਹੁੰਦੀਆਂ। ਹੁਣ ਤੁਸੀਂ ਦੇਖ ਲਓ ਜੇ ਅੱਜ ਦੇ ਸਮੇਂ ਦੇ ਵਿੱਚ ਹੋਣਾ, ਤੁਸੀਂ ਪੁਲਿਸ ਦੀ ਉਹ ਜਿਹੜੀ ਛਾਣਬੀਣ ਦੀ ਰਿਪੋਰਟ ਪੜ੍ਹ ਲਓ ਤੇ ਉਹ ਪੂਰਾ ਨਿਰਾ ਝੂਠ ਦਾ ਪਲੰਦਾ ਹੁੰਦੀ ਆ। ਖਾਸ ਕਰਕੇ ਪੰਜਾਬ ਪੁਲਿਸ ਦਾ ਐਡਾ ਅਕਸ ਮਾੜਾ ਹੋਇਆ ਹੁੰਦਾ, ਸਟੋਰੀ ਕੋਈ ਹੁੰਦੀ ਉਹ ਬਣਾਈ ਕੋਈ ਹੁੰਦੀ ਆ। ਥੋੜਾ ਚਿਰ ਪਹਿਲਾਂ ਦੀ ਗੱਲ ਹੀ ਆ ਭਈ ਪਤਾ ਨਹੀਂ ਵੀ ਅੱਜ ਦੀ ਪਨੀਰੀ ਨੂੰ ਇਹ ਚੇਤੇ ਆ ਕਿ ਨਹੀਂ, ਭਈ ਮੈਂ ਉਦੋਂ ਦੇ ਛੋਟੇ ਹੋਣੇ ਆ, ਵੈਸੇ ਤਾਂ 10 ਸਾਲ ਹੋ ਗਏ। ਭਈ ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਬੰਦਾ ਫੜਿਆ ਸੀਗਾ ਭਈ ਜਿਹੜਾ ਪ੍ਰੋਫੈਸ਼ਨਲ ਗਵਾਹ ਸੀਗਾ ਜੀ ਪੁਲਿਸ ਦਾ ਜੀ, ਉਹਦੀਆਂ ਗਵਾਹੀਆਂ 40 ਕੇਸਾਂ ਦੇ ਵਿੱਚ ਪਈਆਂ ਹੋਈਆਂ ਸੀਗੀਆਂ ਭਈ ਜਿੱਥੇ ਉਹਦਾ ਨੇੜੇ ਤੇੜੇ ਵੀ ਨਹੀਂ ਲੈਣਾ ਦੇਣਾ ਹੁੰਦਾ ਕੇਸ ਦੇ ਨਾਲ, ਜਾਂ ਈਵਨ ਜਿਹੜੇ ਏਰੀਆ ਦੇ ਵਿੱਚ ਹੋਇਆ ਹੁੰਦਾ ਸੀ ਭਈ ਉੱਥੇ ਵੀ ਕੋਈ ਲੈਣਾ ਦੇਣਾ ਨਹੀਂ ਹੁੰਦਾ, ਔਰ ਉਹ ਪਿੰਡ ਦਾ ਸਰਪੰਚ ਸੀ। ਪਰ ਇਹ ਆ ਵੀ ਉੱਥੇ ਇਹ ਜਿਹੜਾ ਪ੍ਰੋਫੈਸ਼ਨਲ ਗਵਾਹਾਂ ਵਾਲਾ ਕੰਮ ਆ ਇਹਦੇ ਪੱਕਾ ਸਿਸਟਮ ਉੱਥੇ ਜਿਹੜੇ ਜਾਣਦੇ ਆ ਉਹਨਾਂ ਨੂੰ ਪਤਾ ਆ ਭਈ ਜਦੋਂ ਕਿਤੇ ਪੁਲਿਸ ਨੇ ਕੋਈ ਕਿਸੇ ਨੂੰ ਫਸਾਉਣਾ ਹੋਵੇ, ਕੋਈ ਕਰਨਾ ਹੋਵੇ ਵੀ ਉਹ ਚੱਕਾ ਕਹਿੰਦੇ ਵੀ ਉਹ ਫਲਾਣੇ ਦੀ ਗਵਾਹੀ ਪਵਾ ਦਿਓ, ਬਸ ਉਹ ਉਹਨੂੰ ਪਤਾ ਹੁੰਦਾ ਵੀ ਮੈਂ ਕੀ ਕਹਿਣਾ ਹੈ। ਤੇ ਉਹ ਚੱਕ ਕੇ 40 ਕੇਸਾਂ ਦੇ ਵਿੱਚ ਗਵਾਹੀਆਂ ਸੀਗੀਆਂ ਉਹਦੀਆਂ ਇੱਕ ਬੰਦੇ ਦੀਆਂ, ਔਰ ਉਹ ਝੂਠੇ ਸਾਰੇ ਜਿਹੜੇ ਕੇਸ ਤੇ ਹੋਰ ਸਾਰਾ ਜਿਹੜਾ ਕੰਮ, ਔਰ ਉਹੋ ਜਿਹਾ ਹੀ ਕੰਮ ਜਿਹੜਾ ਆ ਵੀ ਉਹ ਪੰਜਾਬ ਦੇ ਵਿੱਚ ਉਸ ਵੇਲੇ ਹੁੰਦਾ ਰਿਹਾ ਵੀ ਜਦੋਂ ਇਹ ਕਹਿ ਦੇਣਾ ਵੀ ਜੀ ਫਲਾਨਾ ਕਹਿੰਦਾ ਵੀ ਅੱਗੇ ਖਾੜਕੂ ਜਿਹੜੇ ਆ ਵੀ ਉਹ ਤੁਹਾਡੇ ਘਰ ਦੇ ਵਿੱਚ ਰਹਿ ਕੇ ਗਏ ਤੇ ਉਹਦੇ ਹਿਸਾਬ ਨਾਲ ਹੀ ਉਹ ਚੱਕ ਕੇ ਤੇ ਅਗਲੇ ਸਫਾਈਆਂ ਦਿੰਦੇ ਰਹਿ ਜਾਣ। ਉਹੀ ਕੰਮ ਜਿਹੜਾ ਹੈ ਉਹ ਅੱਜ ਕੱਲ੍ਹ ਤੁਸੀਂ ਦੇਖ ਲਓ ਵੀ ਸੋਸ਼ਲ ਮੀਡੀਆ ਦੇ ਉੱਤੇ ਤੇ ਆ ਜਿਹੜੇ ਕਹਿ ਲਓ ਵੀ ਭਾਂਤ ਦੇ ਰੇਡੀਓ ਚੱਲਦੇ ਆ ਵੀ ਭਾਵੇਂ ਉਹ ਖੱਪ ਗਰੇਡ ਵਾਲਾ ਹੈ ਤੇ ਭਾਵੇਂ ਹੋਰ ਗੰਦ ਜਿਹੜੇ ਬਕਵਾਸ ਕਰਦੇ ਆ ਭਈ ਉਹਨਾਂ ਦਾ ਇਹੀ ਕੰਮ ਹੁੰਦਾ ਵੀ ਉਹਨਾਂ ਨੇ ਬਸ ਇਹ ਆ ਵੀ ਇਲਜ਼ਾਮ ਲਾਉਣਾ ਹੁੰਦਾ ਭਈ ਜੀ ਅਗੇ ਆ ਫਲਾਨਾ ਐ ਕਹਿ ਰਿਹਾ, ਫਲਾਨਾ ਐ ਕਹਿ ਰਿਹਾ। ਜਿੰਨੀ ਦੇਰ ਤੁਸੀਂ ਆਪ ਨਹੀਂ ਕੋਸ਼ਿਸ਼ ਕਰਕੇ ਸੁਣਦੇ ਭਈ ਕਿਹਾ ਕਿਸੇ ਨੇ ਜਾਂ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ, ਉਨੀ ਦੇਰ ਤੱਕ ਤੁਸੀਂ ਦਿਮਾਗ ਦੇ ਵਿੱਚ ਉਹੀ ਅਗਲੇ ਨੂੰ ਭਈ ਮੁਜਰਮ ਡਿਕਲੇਅਰ ਕਰਕੇ ਦੇਖੇ ਵੀ ਉਹ ਸਫਾਈਆਂ ਦੇਣ ਲੱਗ ਪਏ ਨੇ। ਹਾਂਜੀ ਇਸੇ ਕਰਕੇ ਤਾਂ ਇਸੇ ਗੱਲ ਦਾ ਤਾਂ ਰੋਣਾ ਨਾ ਕਿ ਜਿਹੜਾ ਇੱਕ ਸਰਕਾਰੀ ਤੰਤਰ ਹੈ ਜਾਂ ਸਰਕਾਰੀ ਤੰਤਰ ਦੇ ਹੱਥ ਚੜਿਆ ਜਿਹੜਾ ਮੀਡੀਆ, ਉਹ ਵੱਡੀ ਇੱਕ ਤਾਕਤ ਹੈ ਕਿਉਂਕਿ ਮੀਡੀਆ ਦੇ ਵਿੱਚ ਜੇ ਉਹਦੀ ਜਿਹੜੀ ਆਪਾਂ ਕਹਿੰਦੇ ਪੇਸ਼ਕਾਰੀ ਆ ਉਹਦੇ ਵਿੱਚ ਇਦਾਂ ਦੀ ਤਾਕਤ ਆ ਕੋਈ ਸੱਚ ਨੂੰ ਝੂਠ ਬਣਾ ਕੇ ਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਦੀ ਜਿਹੜੀ ਉਹ ਰੱਖਦਾ। ਤੇ ਹੁਣ ਜਿਹੜੇ ਬੰਦੇ ਇਹਦੇ ਵਿੱਚ ਮੁਹਾਰਤ ਹਾਸਲ ਕਰ ਲੈਂਦੇ ਆ ਉਹ ਇਦਾਂ ਕਰਦੇ ਵੀ ਰਹੇ ਆ ਤੇ ਅੱਜ ਵੀ ਕਰ ਰਹੇ ਆ ਤੇ ਗੁੰਮਰਾਹ ਉਹ ਇਸੇ ਕਰਕੇ ਆਪਾਂ ਨੂੰ ਜਿਹੜੀਆਂ ਇਹ ਜਿਹੜੇ ਤੱਥ ਨੇ ਉਹ ਲੋਕਾਂ ਦੇ ਸਾਹਮਣੇ ਰੱਖਣੇ ਜ਼ਰੂਰੀ ਨੇ ਤਾਂ ਜੋ ਜਿਹੜੇ ਸਾਡੀ ਅੱਜ ਦੀ ਜਿਹੜੀ ਜਵਾਨੀ ਆ ਉਹ ਪੁਰਾਣੇ ਪਿਛੋਕੜ ਦੇ ਨਾਲ ਕੜੀ ਜੋੜ ਕੇ ਅੱਜ ਦੇ ਸੰਦਰਭ ਦੇ ਵਿੱਚ ਜਿਹੜਾ ਸੋਚਣ ਦਾ ਯਤਨ ਕਰੇ। ਤਾਂ ਹੁਣ ਇਹਦੇ ਨਾਲ ਜਿਹੜੀ ਨਾਲ ਇੱਕ ਰਲਦੀ ਗੱਲ ਜਿਵੇਂ ਕਿ ਆਪਾਂ ਪਿੱਛੇ ਵੀ ਜ਼ਿਕਰ ਕੀਤਾ ਸੀ ਕਿਉਂਕਿ ਜਿਹੜੀਆਂ ਹੁਕਮਰਾਨ ਨੇ ਜਿਹੜੀ ਕੌਮ ਨੂੰ ਜਾਂ ਜਿਹੜੀ ਧਿਰ ਨੂੰ ਉਹਨਾਂ ਨੇ ਨਿਸ਼ਾਨਾ ਬਣਾਉਣਾ ਹੁੰਦਾ ਉਹਦੇ ਲਈ ਹਰ ਜਿਹੜਾ ਹਰਬਾ ਉਹ ਵਰਤਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਪੁਰਾਣੀਆਂ ਘਟਨਾਵਾਂ ਇਹਨਾਂ ਦੀ ਜਿਹੜੀ ਨਵੀਂ ਪਨੀਰੀ ਹੈ ਉਹਦੇ ਚੇਤੇ 'ਚੋਂ ਭੁਲਾ ਦਿੱਤੀਆਂ ਜਾਣ ਤੇ ਉਹਨਾਂ ਨੂੰ ਹੋਰ ਜਿਹੜੇ ਕੰਮਾਂ ਦੇ ਵਿੱਚ ਜਿਹੜਾ ਉਹ ਆਰੇ ਲਾ ਕੇ ਉਹਨਾਂ ਨੂੰ ਛੱਡ ਦਿੱਤਾ ਜਾਵੇ। ਤੋ ਇਹਦੇ ਕੰਮ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਤਾਂ ਆਪਾਂ ਵੀ ਪੰਜਾਬੀ ਮਾਂ ਬੋਲੀ ਦੇ ਨਾਂ ਦੇ ਥੱਲੇ ਜੋ ਕੁਛ ਪਿਛਲੇ ਸਮੇਂ ਦੇ ਵਿੱਚ ਹੋਇਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਕਿਉਂਕਿ ਪੰਜਾਬੀ ਮਾਂ ਬੋਲੀ ਇੱਕ ਅਜਿਹਾ ਸ਼ਬਦ ਆ ਜਿਹਦਾ ਜੇ ਕੋਈ ਵਿਰੋਧ ਕਰਦਾ ਅਗਲਾ ਕਹਿੰਦਾ ਇਹਦੇ 'ਚ ਮਾੜਾ ਕੀ ਆ, ਤਾਂ ਉਹਨਾਂ ਨੇ ਤੇ ਦੂਜਾ ਸ਼ਬਦ ਵਰਤਿਆ ਗਿਆ ਸੀ ਸੱਭਿਆਚਾਰ ਕਿ ਸੱਭਿਆਚਾਰਕ ਮੇਲੇ ਤੇ ਸੱਭਿਆਚਾਰ ਮੇਲਿਆਂ ਦੇ ਤਹਿਤ ਦੇ ਵਿੱਚ ਜੋ ਕੁਛ ਪਰੋਸਿਆ ਜਾ ਰਿਹਾ ਸੀ ਉਸ ਦਾ ਪੰਜਾਬ ਦੇ ਸੱਭਿਆਚਾਰ ਦੇ ਨਾਲ ਨੇੜੇ ਦਾ ਵੀ ਕੋਈ ਵਾਸਤਾ ਨਹੀਂ ਸੀ। ਠੀਕ ਹੈ, ਉਹਦੇ ਪਿੱਛੇ ਪਰਪਸ ਸੀ ਉਹਦੇ ਵਿੱਚ KPS ਗਿੱਲ ਦਾ ਤੇ ਇਹ ਸਾਰੇ ਜਿਹੜਾ ਸਰਕਾਰੀ ਤੰਤਰ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਪੁਰਾਣੇ ਜਿਹੜੀ ਜਵਾਨੀ ਉਹਨੂੰ ਮਾਰ ਕੇ ਜਿਹੜੇ ਨਵਿਆਂ ਨੂੰ ਆਰੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਲਾ ਕੇ ਉਧਰ ਨੂੰ ਤੋਰਨਾ। ਉਹ ਅੱਜ ਤੱਕ ਵੀ ਜਿਹੜਾ ਇਹ ਤੰਤਰ ਹੈ ਇਹ ਆਪਣੇ ਇਸ ਕੰਮ ਦੇ ਤੱਕ ਹਟਿਆ ਨਹੀਂ ਕਿਉਂਕਿ ਇੱਥੇ ਮੈਂ ਧਿਆਨ ਦਿਵਾਉਣਾ ਚਾਹੁੰਦਾ ਸਿੱਧੂ ਮੂਸੇਵਾਲੇ ਦਾ ਕਿ ਹੁਣ ਸਿੱਧੂ ਮੂਸੇਵਾਲਾ ਦੇ ਉੱਤੇ 1-2 ਕੇਸ ਉੱਥੇ ਦਰਜ ਹੋਏ ਤੇ ਉਹਦੇ ਬਾਅਦ ਦੇ ਵਿੱਚ ਉਹਨਾਂ ਨੇ ਜਾ ਕੇ ਉਹਨੂੰ ਰਫਾ ਦਫਾ ਕਰ ਲਿਆ ਜਾਂ ਇਦਾਂ ਉਹਦੇ 1-2 ਜਗ੍ਹਾ ਉਹਦੇ ਪੁਲਿਸ ਦੇ ਪਹਿਰੇ ਥੱਲੇ ਉਹਦੇ ਪ੍ਰੋਗਰਾਮ ਵੀ ਹੋਏ। ਠੀਕ ਹੈ, ਤੇ ਉਹਦੇ ਵਿੱਚ ਅਚਨਚੇਤ ਹੁਣ ਜਦੋਂ ਆ ਬਿਮਾਰੀ ਆਈ ਹੈ ਤਾਂ ਉਹਨੂੰ ਹੀਰੋ ਬਣਾ ਕੇ ਪੇਸ਼ ਕਰਿਆ ਜਾ ਰਿਹਾ ਖਾਸ ਕਰਕੇ ਪੰਜਾਬ ਦੇ ਜਿਹੜਾ ਹੁਣ ਦਾ DGP ਆ ਉਹਦੇ ਵੱਲੋਂ। ਠੀਕ ਹੈ, ਕਦੇ ਉਹਦੇ ਟਵੀਟ ਕਰਕੇ ਉਹਦੀਆਂ ਪੋਸਟਾਂ ਜਿਹੜੀਆਂ ਸ਼ੇਅਰ ਕਰਦਾ ਤਾਂ ਇਹਦੇ ਚੱਲਦਿਆਂ ਹੀ ਇੱਕ ਉਹਦੀ ਹੋਰ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਕਿ ਉਹ ਕਿਤੇ ਜਾ ਕੇ ਟਿੱਬਿਆਂ ਦੇ ਵਿੱਚ ਖੇਤਾਂ ਦੇ ਵਿੱਚ ਉਹ ਹਥਿਆਰਾਂ ਦੀ ਉਹ ਕਰ ਰਿਹਾ ਤਿਆਰੀ। ਅੱਗੇ ਤਾਂ ਉਹ ਗੀਤਾਂ ਦੇ ਰਾਹੀਂ ਕਰਦਾ ਤਾ, ਹੁਣ ਉਹ ਪ੍ਰੈਕਟੀਕਲੀ ਦੇ ਕੇ ਹੁਣ ਇੱਕ ਤਾਂ ਵਰਦੀਧਾਰੀ ਪੁਲਿਸ ਵਾਲੇ ਬਕਾਇਦਾ ਉਹਨੂੰ ਜਿਹੜੀ ਉਹ AK-47 ਵਗੈਰਾ ਜਿਹੜੇ ਉਹ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਆ ਤਾਂ ਉਹ ਲੈ ਰਿਹਾ। ਜਦੋਂ ਉਹ ਵੀਡੀਓ ਵਾਇਰਲ ਹੋ ਗਈਆਂ ਫਿਰ ਜਿਹੜਾ ਪੰਜਾਬ ਦਾ DGP ਇੱਕਦਮ ਐਕਟ ਮਤਲਬ ਕਿ ਉਹਦੇ ਵਿੱਚ ਆਉਂਦਾ ਤੇ ਉਹ ਆ ਕੇ ਉਹਦੇ ਖਿਲਾਫ ਜਿਹੜਾ ਕਹਿੰਦੇ ਮਾਮਲਾ ਦਰਜ ਕਰਦਾ ਜਿਵੇਂ ਕਿ ਮੈਂ ਜਸਪਾਲ ਸਿੰਘ ਮੰਝਪੁਰ ਉਹਨਾਂ ਦਾ ਜਿਹੜਾ ਸਾਰਾ ਮੈਂ ਸੁਣ ਰਿਹਾ ਸੀ ਕਿ ਉਹਨੂੰ ਮਾਮਲਾ ਦਰਜ ਕਰਕੇ ਉਹਨੂੰ ਫਸਾਉਣਾ ਨਹੀਂ ਚਾਹੁੰਦਾ, ਉਹਨੂੰ ਬਚਾਉਣਾ ਚਾਹੁੰਦਾ। ਉਹ ਇੱਕ ਮਾਮੂਲੀ ਜਿਹਾ ਜਿਹੜਾ ਮਸਲਾ ਉਹਦੇ ਖਿਲਾਫ ਦਰਜ ਹੁੰਦਾ ਉਹ ਕਰਫਿਊ ਦੀ ਲੰਘਣਾ ਦਾ ਹੁੰਦਾ
ਜਿਹੜਾ ਜਿਹੜਾ ਹਥਿਆਰਾਂ ਦਾ ਤਾਂ ਇੱਕ ਆਮ ਬੰਦਾ ਉਹਦੇ ਜਿਹੜਾ ਬਣਦਾ ਕਹਿੰਦੇ ਸੀਗੇ ਜਿਹਦੇ ਤਹਿਤ ਉਹਨੂੰ 10-12 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ, ਤੇ ਉਹ ਨਹੀਂ ਬਿਲਕੁਲ ਵੀ ਕਿਤੇ ਨੇੜੇ ਤੇੜੇ ਆਇਆ। ਯਾਨੀ ਹੁਣ ਉਹ ਬੰਦਾ ਜਿਹੜਾ ਸਿੱਧੂ ਮੂਸੇ ਵਾਲਾ ਹੈ, ਉਹਨੂੰ ਇਹਨਾਂ ਨੂੰ ਆਪਣੇ ਹੱਥਾਂ ਦੇ ਤੇ ਚੱਕਣ ਪਿੱਛੇ ਦੀ ਜਿਹੜੀ ਮਾਨਸਿਕਤਾ ਉਹ ਸਾਨੂੰ ਸਮਝਣ ਦੀ ਲੋੜ ਹੈ, ਕਿਉਂਕਿ ਆਪਾਂ ਇਹ ਸਾਰੇ ਜਾਣਦੇ ਹਾਂ, ਸਾਨੂੰ ਇਹ ਗੱਲ ਇੱਥੇ ਕਰਨ 'ਚ ਕੋਈ ਨਹੀਂ, ਕੋਈ ਸਾਡਾ ਉਹਦੇ ਨਾਲ ਵਿਚਾਰੇ ਨਾਲ ਕੋਈ ਨਿੱਜੀ ਵਿਰੋਧ ਵੀ ਹੈ ਨਹੀਂ, ਕਿ ਬਹੁਤ ਸਾਰੀ ਅੱਜ ਦੀ ਜਿਹੜੀ ਜੰਗ ਮੰਡੀਰ ਦੀ ਮਾਨਸਿਕਤਾ ਇਦਾਂ ਦੀ ਬਣ ਗਈ ਆ, ਤੇ ਜਿਹੜੀਆਂ ਫੁਕਰੀਆਂ ਮਾਰਨ ਦੇ ਵਿੱਚ ਹਥਿਆਰਾਂ ਦਾ ਸ਼ੌਂਕ ਰੱਖਦੀ ਆ, ਤੇ ਜਾਂ ਤੁਸੀਂ ਚੜ੍ਹਦੀ ਜਵਾਨੀ ਦਾ ਉਹ ਕਹਿ ਲਓ ਕਿ ਉਹਨੂੰ ਬਹੁਤ ਸਾਰੀ ਫੋਲੋਸ਼ਿਪ ਉਹਦੀ ਇੰਡੀਆ ਦੇ ਵਿੱਚ ਵੀ ਤੇ ਬਾਹਰ ਵੀ, ਠੀਕ ਹੈ। ਇਹ ਸਾਡੇ ਕਹਿਣ ਨਾਲ ਨਹੀਂ ਘਟ ਜਾਂਦੀ, ਕਿਉਂਕਿ ਬਹੁਤ ਸਾਰੀਆਂ ਆਪ ਮੁਹਾਰੀਆਂ ਭੀੜਾਂ ਉਹਦੇ ਪਿੱਛੇ ਇਕੱਠੀਆਂ ਹੁੰਦੀਆਂ। ਇੱਥੇ ਵੀ ਜਦੋਂ ਉਹ ਸ਼ੋਅ ਕਰਕੇ ਗਿਆ ਤੇ ਇੱਥੇ ਵੀ ਮੰਡੀਰ ਪੂਰੇ ਦੋਏ ਪੈਰ ਚੱਕ ਕੇ ਵੀ ਨਾ ਜੀ ਨਾ ਇਹਦੀ ਚੜਾਈ ਹੈ ਜੀ ਇਦਾਂ, ਉਹ ਭਾਵੇਂ ਕਿ ਉਹ ਤੇ ਧੇਲੇ ਦੀ ਵਿਚੋਂ ਨਹੀਂ ਕਰ ਰਿਹਾ, ਉਹਨੂੰ ਭਾਵੇਂ ਕਿਸੇ ਜਾਲ ਦੇ ਵਿੱਚ ਫਸਾ ਕੇ ਉਹਨੂੰ ਪੰਪ ਦੇ ਕੇ ਮੂਹਰੇ ਲਿਆਂਦਾ ਜਾ ਰਿਹਾ। ਹੁਣ ਉਹਦੇ ਪਿੱਛੇ ਵੀ ਪੰਜਾਬ ਪੁਲਿਸ ਦਾ ਜਿਹੜਾ ਕੰਸਰਨ ਹੈ ਉਹ ਬੇਈਮਾਨ ਭਰਿਆ, ਉਹ ਚਾਹੁੰਦੇ ਕਿ ਇਹਦੇ ਪਿੱਛੇ ਇੱਕ ਜਵਾਨੀ ਲੱਗੀ ਹੋਈ ਆ, ਇਹਨੂੰ ਉਹ ਆਪਣਾ ਰੋਲ ਮਾਡਲ ਸਮਝਦੀ ਹੈ, ਤੇ ਉਹਨੂੰ ਉਹ ਹੀਰੋ ਬਣਾਉਣ ਦੇ ਉੱਤੇ ਲੱਗੇ ਹੋਏ ਆ, ਤੇ ਉਹਨੂੰ ਉਭਾਰ ਵੀ ਰਹੇ ਆ ਆਪਣੇ ਤਰੀਕੇ ਨਾਲ, ਤੇ ਆਪਣੇ ਤਰੀਕੇ ਨਾਲ ਉਹਨੂੰ ਟ੍ਰੇਨਿੰਗ ਦੇ ਕੇ ਜੋ ਕੰਮ ਉਹ ਤੋਂ ਕਰਵਾਉਣਾ ਚਾਹੁੰਦੇ ਆ ਉਹ ਉਧਰ ਵੱਲ ਉਹਨੂੰ ਧੱਕਿਆ ਜਾ ਰਿਹਾ, ਤਾਂ ਜੋ ਇਹ ਜਿਹੜੇ ਪੁਰਾਣੀ ਸਾਡੀ ਜਿਹੜੀ ਜਵਾਨੀ ਆ ਉਹ ਅਸਲ ਮੁੱਦਿਆਂ ਦੇ ਵਿੱਚ ਆਉਣ ਦੀ ਬਜਾਏ ਉਹ ਆ ਕੇ ਇਹੋ ਜਿਹੇ ਜਿਹੜੀਆਂ ਫੁਕਰੀਆਂ ਦੇ ਵਿੱਚ ਜਾਂ ਇਹੋ ਜਿਹੀਆਂ ਜਿਹੜੀਆਂ ਸ਼ੋਸ਼ੇਬਾਜ਼ੀਆਂ ਦੇ ਵਿੱਚ ਫਸ ਕੇ ਰਹਿ ਜਾਵੇ। ਬਿਲਕੁਲ ਜੀ, ਜਿਹੜੀ ਗੱਲ ਹੈ ਨਾ ਵੀ ਜੇ ਤੁਸੀਂ ਇਹ ਸਾਰੀ ਜਿਹੜੀ ਸਟ੍ਰੈਟਜੀ ਚੱਲਦੀ ਪਈ ਆ, ਹਾਂਜੀ, ਵੀ ਉਹ ਉਸ ਤੋਂ ਸਮਝ ਲੱਗਦੀ ਆ ਵੀ ਜਿਹੜਾ ਸਰਕਾਰੀ ਤੰਤਰ ਆ ਉਹਨੂੰ ਇਹ ਚੀਜ਼ ਦਾ ਪਤਾ ਵੀ ਜਦੋਂ ਜਵਾਨੀ ਦੇ ਵਿੱਚ ਪੈਰ ਰੱਖਦਾ ਨਾ ਹਾਂਜੀ ਕੋਈ ਬੰਦਾ ਜੀ, ਨਿਆਣਾ ਕੋਈ, ਤੇ ਉਹਨੂੰ ਚਾਹ ਹੁੰਦਾ ਆ, ਭਾਵੇਂ ਉਹਨੂੰ ਫੁਕਰੀਆਂ ਕਹਿ ਲਓ ਤੇ ਜਾਂ ਇਹ ਕਹਿ ਲਓ ਵੀ ਟੈਸਟ ਕਰਨੇ ਦਾ, ਖਾਸ ਤੌਰ ਤੇ ਹੱਦਬੰਦੀਆਂ ਜਿਹੜੀਆਂ ਭਾਵੇਂ ਸਮਾਜਿਕ ਹੋਣ ਭਾਵੇਂ ਕਾਨੂੰਨੀ ਹੋਣ, ਜਿਹੜੀਆਂ ਵੀ ਹੋਣ, ਕਿਉਂਕਿ ਉਹ ਸਮਝਦਾ ਵੀ ਮੈਂ ਇਨਡਿਸਟਰਕਟੇਬਲ ਆ, ਮੈਨੂੰ ਕੁਝ ਨਹੀਂ ਹੋਣ ਲੱਗਿਆ। ਤੇ ਉਹ ਇਸੇ ਕਰਕੇ ਹੀ ਵੀ ਜਿੱਥੇ 50 ਦੀ ਸਪੀਡ ਹੋਵੇ ਉੱਥੇ 100 ਦੀ ਸਪੀਡ ਦੇ ਉੱਤੇ ਗੱਡੀਆਂ ਚੱਲਦੀਆਂ, ਤੇ ਹੋਰ ਸਾਰਾ ਕੁਝ ਜਿਹੜਾ ਆ ਵੀ ਉਹ ਨਤੀਜੇ ਵੀ ਮਾੜੇ ਨਿਕਲਦੇ ਸਾਰਾ ਕੁਝ ਹੀ, ਤੇ ਫਿਰ ਆਪਸ ਦੇ ਵਿੱਚ ਇਹ ਵੀ ਦੌੜਨ ਲੱਗਦੀਆਂ ਭਈ ਹੋਸਟਲਾਂ ਦੇ ਵਿੱਚ ਵੀ ਕਿਹੜਾ ਕਿੰਨੀ ਸ਼ਰਾਬ ਵਾਧੂ ਪੀ ਸਕਦਾ ਆ, ਤੇ ਉਹ ਸਾਰਾ ਜਿਹੜਾ ਆ ਉਹ ਉਸੇ ਦਾ ਪੈਟਰਨ ਹੁੰਦਾ। ਤੇ ਜਿਹੜੀ ਚੀਜ਼ ਇਹ ਪ੍ਰੀਵੈਂਟ ਕਰਨਾ ਚਾਹੁੰਦੇ ਆ ਮੂਸੇਵਾਲ ਰਾਹੀਂ ਤੇ ਹੋਰਾਂ ਰਾਹੀਂ ਜੀ, ਉਹ ਇਹ ਆ ਵੀ ਉਹਨਾਂ ਨੂੰ ਪਤਾ ਵੀ ਇਹ ਚੀਜ਼ਾਂ ਜਿਹੜੀਆਂ ਆ ਵੀ ਇਹ ਦੱਬੀਆਂ ਨਹੀਂ ਜਾ ਸਕਦੀਆਂ, ਵੀ ਜੇ ਦੱਬਣ ਤੇ ਫਿਰ ਇਹਨਾਂ ਨੂੰ ਸਾਰਾ ਤੰਤਰ ਜਿਹੜਾ ਆ ਵੀ ਉਹਨੂੰ ਬਦਲਣਾ ਪੈਣਾ। ਜਿੱਦਾਂ ਕਹਿ ਲਓ ਵੀ ਗੁਰੂ ਪਾਤਸ਼ਾਹ ਨੇ ਵੀ ਜਿਹੜਾ ਸਾਨੂੰ ਰਾਹ ਸਿਖਾਇਆ ਆ, ਜਿਹੜਾ ਫਰੇਮਵਰਕ ਜੀਵਨ ਜੀਣ ਦਾ ਸਿਖਾਇਆ ਆ, ਉਹਦੇ ਵਿੱਚ ਵੀ ਇਹੋ ਜਿਹੀਆਂ ਜਿਹੜੀਆਂ ਮੂਰਖਤਾਈਆਂ ਆ ਉਹਨਾਂ ਦੇ ਉੱਤੇ ਤੁਸੀਂ ਕੰਟਰੋਲ ਕਰ ਸਕਦੇ ਆ, ਉਹਨੂੰ ਸਹੀ ਪਾਸੇ ਨੂੰ ਜਿਹੜੀ એનર્ਜੀ ਤੁਸੀਂ ਇੱਧਰ ਨੂੰ ਵੇਸਟ ਕਰਨੀ ਆ ਉਹਨੂੰ ਉਸਾਰੂ ਪਾਸੇ ਲਾ ਸਕਦੇ ਆ। ਪਰ ਜਿਹੜਾ ਤੰਤਰ ਆ ਸਰਕਾਰੀ ਜਿਹਨੇ ਤੁਹਾਡੇ ਉੱਤੇ ਰਾਜ ਕਰਨਾ, ਤੁਹਾਨੂੰ ਗੁਲਾਮ ਵਾਂਗ ਚਲਾਉਣਾ ਆ, ਉਹਨੂੰ ਇਹ ਫਿੱਟ ਨਹੀਂ ਬਹਿੰਦਾ ਵੀ ਤੁਹਾਡੀ ਨੂੰ ਸਹੀ ਤਰੀਕੇ ਦੇ ਨਾਲ ਸਮਝਾ ਕੇ ਤੇ ਇਹ ਜਿਹੜੀ ਊਰਜਾ ਆ ਉਹ ਉਸਾਰੂ ਪਾਸੇ ਲਾਈ ਜਾਵੇ। ਇਸ ਕਰਕੇ ਉਹ ਤੁਹਾਨੂੰ ਇੱਕ ਆਊਟਲੈਟ ਦਿੰਦਾ, ਜਿੱਦਾਂ ਮੂਸੇਵਾਲ ਵਾਲਾ ਇਹ ਕਹਿ ਲਓ ਵੀ ਇੱਕ ਸੇਫਟੀ ਵੈਲਵ ਆ ਵੀ ਜਿਹਦੇ ਵਿੱਚ ਵੀ ਤੁਹਾਨੂੰ ਉਹ ਫੁਕਰੀਆਂ ਵਾਲੇ ਪਾਸੇ ਨੂੰ ਲਿਜਾ ਕੇ ਤੁਹਾਡੀ એનર્ਜੀ ਜਿਹੜੀ ਆ ਉਹ ਵੇਸਟ ਕਰਾ ਕੇ, ਤੇ ਤੁਹਾਨੂੰ ਜੇ ਤੁਸੀਂ ਗੁੰਡਾ ਬਣ ਜਾਂਦੇ ਆ ਤੇ ਦੂਸਰੇ ਗੈਂਗਸਟਰ ਬਣ ਜਾਂਦੇ ਆ ਤੇ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਉਹ ਇਹ ਰਿਸਕ ਜਿਹੜਾ ਉਹਨਾਂ ਨੂੰ ਮਨਜ਼ੂਰ ਆ। ਪਰ ਜੇ ਤੁਸੀਂ ਆਪਣੀ ਜਿਹੜੀ ਆ ਵੀ ਸਿੱਖਿਆ ਲੈ ਕੇ ਤੇ ਉਹੀ ਜਿਹੜਾ ਹਥਿਆਰਾਂ ਦਾ ਚਾਅ ਆ ਤੇ ਹੋਰ ਜਿਹੜਾ ਕਾਨੂੰਨ ਨੂੰ ਤੁਸੀਂ ਕੱਖ ਨਹੀਂ ਸਮਝਦੇ, ਜੇ ਤੁਸੀਂ ਸੁੱਖਾ ਜਿੰਦਾ ਬਣ ਜਾਂਦੇ ਆ ਉਹ ਬਹੁਤ ਵੱਡੀ ਪ੍ਰੋਬਲਮ ਜਾਂ ਭਗਤ ਸਿੰਘ ਬਣ ਜਾਂਦੇ ਆ ਜਾਂ ਪੰਨੂਆਂ ਵਾਲਾ ਭਗਤ ਸਿੰਘ ਬਣ ਜਾਂਦੇ ਆ, ਹਾਂਜੀ, ਉਹ ਫਿਰ ਬਹੁਤ ਵੱਡੀ ਪ੍ਰੋਬਲਮ ਬਣ ਜਾਂਦੀ ਹੈ ਜੀ। ਸੋ ਇਹ ਸਾਰਾ ਜਿਹੜਾ ਸਿਸਟਮ ਆ ਵੀ ਉਹ ਉਹਨੂੰ ਬਚਾ ਰਹੇ ਮੂਸੇਵਾਲ ਨੂੰ ਇਸ ਕਰਕੇ ਕਿਉਂਕਿ ਉਹਨਾਂ ਦਾ ਹੀ ਪਿਆਦਾ ਹੈ, ਉਹਨਾਂ ਦਾ ਹੀ ਕੰਮ ਕਰ ਰਿਹਾ, ਤੇ ਜੇ ਉਹ ਚੜ ਗਿਆ ਅੱਜ ਸੂਲੀ ਤੇ ਫਿਰ ਕੱਲ ਨੂੰ ਜਿਹੜੇ ਉਹਦੇ ਮਗਰ ਲੱਗੇ ਹੋਏ ਆ ਉਹਨਾਂ ਸਾਰਿਆਂ ਨੇ ਕਹਿਣਾ ਨਾ ਭਾਈ ਨਾ, ਇੱਥੇ ਤੇ ਬਹੁਤ ਮਸਲਾ ਆ ਵੀ ਕੋਈ ਵਿਚਾਰੀਏ ਵੀ ਬਾਕੀ ਹੁਣ ਉੱਥੇ ਨੂੰ ਆ ਵੀ ਜੇ ਵੀ ਉਹ ਗੱਲ ਕਰਦਾ ਤਾਂ ਬਾਕੀ ਚੜਾਈ ਹੈਗੀ ਆ ਉਹਦੀ, ਜਿਵੇਂ ਸਾਡੀ ਜਵਾਨੀ ਕਹਿੰਦੀ ਹੁੰਦੀ ਆ, ਹੈਨਾ। ਔਰ ਉਹਦੇ ਵਿੱਚ ਜਿਹੜਾ ਮਸਲਾ ਹੈਗਾ ਆ ਵੀ ਜਿਹੜੀ AK-47 ਚਲਾ ਰਿਹਾ ਉਹ ਵੀਡੀਓ ਦੇ ਵਿੱਚ ਭਈ ਉਹ AK-47 ਰੱਖਣੀ ਵੀ ਨਹੀਂ ਅਲਾਉਡ ਹੈਗੀ, ਤੇ ਉਹ ਜਿਹੜੀ ਆ ਵੀ ਉਹ ਸਾਫ਼ ਆ ਵੀ ਪੁਲਿਸ ਵਾਲਿਆਂ ਨਹੀਂ ਆਪ ਸਪਲਾਈ ਕੀਤੀ ਉਹਨੂੰ ਚਲਾਉਣੇ ਲਈ। ਹੁਣ ਉਹ ਸਾਰੇ ਦੇ ਵਿੱਚ ਵੀ FIR ਜਿਹੜੀ ਉਹ ਇਸ ਹਿਸਾਬ ਨਾਲ ਲਿਖੀ ਗਈ ਵੀ ਨਾ ਕੋਈ ਤਫਤੀਸ਼ ਹੋਵੇ ਨਾ ਕੁਝ ਹੋਰ, ਨਾ ਪਤਾ ਲੱਗੇ ਵੀ ਕਿਹੜੇ ਮਾਲਖਾਨੇ ਦੇ ਵਿੱਚੋਂ ਆਈ ਸੀ, ਕਿਹਨੇ ਦਿੱਤੀ ਸੀ, ਤੇ ਨਾ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਜਿਹੜੇ ਦੂਸਰੇ SSB ਤੇ ਹੋ ਰਿਹਾ ਉਹਨਾਂ ਦੇ ਖਿਲਾਫ ਕੋਈ ਕੰਮ ਹੋਵੇ। ਹਾਂਜੀ, ਬਸ ਸਿਰਫ ਇਹ ਆ ਵੀ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਖਬਰਾਂ ਪ੍ਰਕਾਸ਼ਿਤ ਹੋ ਗਈਆਂ ਵੀ ਮਾਮਲਾ ਦਰਜ ਹੋ ਗਿਆ ਜੀ, DSP ਮੁਅੱਤਲ ਹੋ ਗਿਆ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ। ਤੋ ਇਹ ਸਾਰਾ ਜਿਹੜਾ ਘਟਨਾਕ੍ਰਮ ਹੁਣ ਇੱਥੇ ਮੈਂ ਦੋ ਜਿਹੜੀਆਂ ਟਿੱਪਣੀਆਂ ਸੀ ਸਰਦਾਰ ਅਜਮੇਰ ਸਿੰਘ ਉਹਨਾਂ ਨੇ ਵੀ ਇਸ ਸੰਬੰਧ ਦੇ ਵਿੱਚ ਕੀਤੀਆਂ ਸੀ। ਉਹ ਕਹਿੰਦੇ ਵੀ ਆਮ ਤੌਰ ਤੇ ਇਹ ਜਦੋਂ ਤੋਂ ਲੈ ਕੇ ਮਨੁੱਖ ਦੀ ਘਾਟ ਘੜੀ ਗਈ ਹੈ ਵੀ ਤੁਸੀਂ ਜਿੰਨੀਆਂ ਵੀ ਚਾਹੇ ਮਿਥਿਹਾਸ ਦੀਆਂ ਤੇ ਦੂਜੀਆਂ ਸਟੋਰੀਆਂ ਦੇਖ ਲਓ ਕਿ ਆਮ ਜਿਹੜਾ ਮਨੁੱਖ ਹੈ ਜਾਂ ਬਹੁਤਾਤ ਜਿਹੜੀ ਮਨੁੱਖਤਾ ਹੈ ਉਹ ਹਮੇਸ਼ਾ ਇਨਸਾਫ ਪਸੰਦ ਰਹੀ ਹੁੰਦੀ ਹੈ।
ਉਹਨਾਂ ਨੂੰ ਜਦੋਂ ਤੁਸੀਂ ਕੋਈ ਫਿਲਮ ਦੇਖਦੇ ਆ, ਤੁਸੀਂ ਕੋਈ ਮਿਥਿਹਾਸ ਦੀ ਕਹਾਣੀ ਦੇਖਦੇ ਆ, ਉਹਦੇ ਵਿੱਚ ਵੀ ਇੱਕ ਹੀਰੋ ਆ ਜਾਂ ਦੂਜਾ ਵਿਲੀਅਨ ਉਹ ਆ ਜਿਹਦੇ ਨਾਲ ਧੱਕਾ ਹੋਇਆ ਹੁੰਦਾ, ਲੋਕਾਂ ਦੀ ਹਮਦਰਦੀ ਹਮੇਸ਼ਾ ਉਹਦੇ ਨਾਲ ਹੁੰਦੀ ਹੈ ਤੇ ਲੋਕ ਉਹਨੂੰ ਸਜ਼ਾ ਜਿਹੜੀ ਉਹ ਦੇਖਣੀ ਚਾਹੁੰਦੇ ਹੁੰਦੇ ਆ। ਕਹਿੰਦੇ ਇਹ ਹਰੇਕ ਤੰਤਰ ਨੂੰ ਵੀ ਪਤਾ ਹੁੰਦੀ ਆ। ਸੋ ਹੁਣ ਇਹ ਤੰਤਰ ਜਿਵੇਂ ਵੀ ਕਦੇ ਸਿੱਖਾਂ ਦੇ ਸੰਬੰਧ ਦੇ ਵਿੱਚ ਉਹ ਗੱਲ ਕਰਦਾ ਵੀ ਕਦੇ ਸਾਡੀ ਕਾਨੂੰਨ ਦੇ ਵਿੱਚ ਉਹ ਬਣਾਉਣ ਖਾਤਰ ਆਸ ਵੀ ਨਾ ਜੀ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ, ਜਾਂ ਉਹ ਬੰਦਿਆਂ ਨੂੰ ਇੱਕ ਉਹ ਮੌਕਾ ਦੇਣ ਖਾਤਰ ਜਿਹੜੇ ਹਾਲੇ ਵੀ ਕਹਿੰਦੇ ਵੀ ਨਾ ਜੀ ਨਾ ਕਾਨੂੰਨ ਤਾਂ ਬਹੁਤ ਵਧੀਆ ਕਿ ਕਾਨੂੰਨੀ ਤਰੀਕੇ ਨਾਲ ਇਹ ਕਰਨਾ ਚਾਹੀਦਾ, ਤਾਂ ਵੀ ਇੱਕ ਦੋ ਉਦਾਹਰਨਾਂ ਬਣਾਉਣ ਖਾਤਰ ਵੀ ਉਹ ਦੇਖ ਲਓ ਫਲਾਣੇ ਕੇਸ ਦੇ ਵਿੱਚ ਹੋਇਆ ਹੀ ਹੈ, ਠੀਕ ਹੈ ਵੀ ਇਦਾਂ ਵੀ ਉਹ ਭਾਵੇਂ ਕਹਿੰਦੇ ਉਹ ਕਰਦੇ ਆ, ਕਹਿੰਦੇ ਵੀ ਪਰ ਦੋਨਾਂ ਹਾਲਤਾਂ ਦੇ ਵਿੱਚ ਸਾਨੂੰ ਇਹ ਜਿਹੜੀ ਚਾਰਾਜੋਈ ਛੱਡ ਵੀ ਨਹੀਂ ਦੇਣੀ ਚਾਹੀਦੀ, ਕਿਉਂਕਿ ਉਹ ਕਹਿੰਦੇ ਭਾਵੇਂ ਅਸੀਂ ਕੇਸ ਹਾਰਨ ਦਾ ਜਿੱਤਣ ਦਾ ਮਸਲਾ ਨਹੀਂ, ਤੇ ਸਾਨੂੰ ਜਿਵੇਂ ਆਪਾਂ ਗੱਲ ਕੀਤੀ ਇਨਸਾਫ ਦੀ ਵੀ ਕੋਈ ਆਸ ਨਹੀਂ ਕਿ 29 ਸਾਲਾਂ ਬਾਅਦ ਜਿਹੜੀ ਸੈਣੀ ਦੇ ਖਿਲਾਫ ਦਰਜ ਹੋਈ ਹੈ ਵੀ ਉਹਦੇ ਵਿੱਚ ਕੋਈ ਇਨਸਾਫ ਮਿਲਣਾ। ਮਸਲਾ ਇਹ ਹੈ ਸਾਡੇ ਲਈ ਤਾਂ ਇਹ ਹੈ ਵੀ ਸਾਡੀ ਜਿਹੜੀ ਇੱਕ ਚੇਤਨਾ ਉਹ ਇੱਕ ਤਾਂ ਰਿਵਿਊ ਹੋਈ ਆ, ਇੱਕ ਸਾਡੀ ਜਿਹੜੀ ਜਵਾਨੀ ਆ ਉਹਨੂੰ ਘਟਨਾਕ੍ਰਮ ਦਾ ਪਤਾ ਲੱਗਿਆ। ਉਹ ਕਹਿੰਦੇ ਵੀ ਜਦੋਂ ਕੋਈ ਕੇਸ ਇਸ ਤਰੀਕੇ ਦਾ ਜਾਂਦਾ ਉਹਦੇ ਵਿੱਚ ਕਹਿੰਦੇ ਵੀ ਭਾਵੇਂ ਜਿੱਤ ਹਾਰ ਦਾ ਮਸਲਾ ਨਹੀਂ, ਪਰ ਬਹੁਤ ਸਾਰੇ ਜਿਹੜੇ ਐਵੀਡੈਂਸ ਆ ਉਹ ਰਿਕਾਰਡ ਦੇ ਉੱਤੇ ਆ ਜਾਂਦੇ ਆ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਉਹ ਰਿਕਾਰਡ ਤੇ ਆ ਜਾਂਦੀਆਂ। ਉਹ ਕਹਿੰਦੇ ਜਿਸ ਤਰੀਕੇ ਦੇ ਨਾਲ ਉਹ ਜਿਹੜੀ ਬੀਬੀ ਵਕੀਲ ਹੈ ਉਹ ਸਾਹਮਣੇ ਆਈ ਆ ਹੁਣ, ਹਨਾ ਵੀ ਇਹ ਸਾਰਾ ਕੁਝ ਆਉਣ ਦੇ ਬਾਅਦ ਉਹਦੇ ਨਾਲ ਦੋਨੇ ਪਾਸੇ ਕਾਨੂੰਨ ਦਾ ਮੁਖੌਟਾ ਜਿਹੜਾ ਉਹ ਵੀ ਨੰਗਾ ਹੋ ਜਾਂਦਾ ਤੇ ਲੋਕਾਂ ਨੂੰ ਸਾਡੀ ਜਵਾਨੀ ਨੂੰ ਜਿਹੜਾ ਉਹ ਸਾਫ਼ ਸ਼ੀਸ਼ਾ ਵੀ ਦਿਖ ਜਾਂਦਾ ਤੇ ਬਹੁਤ ਸਾਰੀਆਂ ਜਿਹੜੀਆਂ ਦੱਬੀਆਂ ਹੋਈਆਂ ਗੱਲਾਂ ਉਹ ਵੀ ਸਾਡੇ ਮਨਾਂ ਦੇ ਵਿੱਚ ਦੁਬਾਰੇ ਉਜਾਗਰ ਜਿਹੜੀਆਂ ਉਹ ਹੋ ਜਾਂਦੀਆਂ। ਕਿਉਂਕਿ ਇਹ ਲੈ ਸਕਦੇ ਆ ਵੀ ਇਹ ਜਿਹੜੀ ਚਾਰਾਜੋਈ ਆ ਤੇ ਜਿਹੜਾ ਕਹਿ ਲਓ ਵੀ ਇੱਦਾਂ ਨਿਜ਼ਾਮ ਦੇ ਅੰਦਰ ਹੀ ਜੋ ਤੁਹਾਨੂੰ ਅਵੇਲੇਬਲ ਹੈਗੇ ਆ ਰਾਈਟ ਉਹ ਐਕਸਰਸਾਈਜ਼ ਕਰਨੇ, ਹਾਂਜੀ ਵੀ ਉਹ ਇੱਕ ਤਰੀਕਾ ਹੈਗਾ ਆ ਵੀ ਆਪਣਾ ਜਿਹੜਾ ਪੱਖ ਆ ਉਹਨੂੰ ਰਿਕਾਰਡ ਦੇ ਉੱਤੇ ਰੱਖਣੇ ਲਈ ਜੀ। ਕਿਉਂਕਿ ਹੁਣ ਵੀ ਉਹ ਜਿਹੜੀ ਵਿਰਕ ਵਾਲੀ ਜਿਹੜੀ ਇੰਟਰਵਿਊ ਸੀਗੀ ਵੀ ਉਹਦੇ ਵਿੱਚ ਇੱਕ ਗੱਲ ਜਿਹੜੀ ਸਾਫ਼ ਹੁੰਦੀ ਆ ਵੀ ਜਿਹੜੀ CBI ਦੀ ਇਨਕੁਆਇਰੀ ਹੋਈ ਆ ਇਹਦੇ ਸੈਣੀ ਵਾਲੇ ਮਾਮਲੇ 'ਚ ਬਲਵੰਤ ਸਿੰਘ ਮਲਤਾਨੀ ਵਾਲੇ ਕੇਸ ਦੇ ਵਿੱਚ ਜੀ ਵੀ ਉਹ ਸੁਪਰੀਮ ਕੋਰਟ ਦੇ ਰਿਕਾਰਡ ਦੇ ਵਿੱਚ ਆ ਤੇ ਉਹਨੂੰ ਕੋਈ ਵੀ ਬੰਦਾ ਜਿਹੜੇ ਆ ਵੀ ਉਹ ਕਾਪੀ ਦੀ ਜਿਹੜੀ ਕਾਸਟ ਹੁੰਦੀ ਆ ਤੇ ਉਹ ਉੱਥੇ ਫੀਸ ਜਮ੍ਹਾਂ ਕਰਵਾ ਕੇ ਤੇ ਉਹ ਕਾਪੀ ਕਢਾ ਸਕਦਾ ਹਾਂਜੀ। ਤੇ ਜੇ ਉਹ ਨਾ ਹੋਵੇ ਇਨਕੁਆਇਰੀ ਹੋਈ, ਜੇ ਉਹ ਉਸ ਪੁਆਇੰਟ ਤੱਕ ਨਾ ਪਹੁੰਚਿਆ ਹੁੰਦਾ ਹਾਂਜੀ ਵੀ ਜਿੱਥੇ CBI ਦੀ ਇਨਕੁਆਇਰੀ ਹੋਣੀ ਹੋਵੇ ਤੇ ਰਿਪੋਰਟ ਜਿਹੜੀ ਉਹ ਗਾਹ ਆਈ ਹੋਵੇ ਤੇ ਜੇ ਚੁੱਪ ਕਰਕੇ ਬੈਠੇ ਹੁੰਦੇ ਕੁਝ ਵੀ ਨਹੀਂ ਹੋਣਾ, ਨਾ ਰਿਕਾਰਡ ਹੋਣਾ ਸੀ ਨਾ ਕੁਝ ਹੋਰ ਹੋਣਾ ਹੈਗਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਕਰਕੇ ਜ਼ਰੂਰੀ ਆ ਵੀ ਇੱਕ ਤੇ ਉਹ ਲੜਾਈ ਚੱਲੀ ਚੱਲੇ, ਪਰ ਦੂਜਾ ਇਹ ਵੀ ਆ ਵੀ ਅਸੀਂ ਆਸ ਕੋਈ ਨਾ ਰੱਖੀਏ ਵੀ ਇਹਦੇ ਨਾਲ ਵੀ ਸਾਨੂੰ ਇਨਸਾਫ ਮਿਲ ਜਾਣਾ, ਪਰ ਇਹ ਜ਼ਰੂਰ ਆ ਵੀ ਸਾਡਾ ਟੀਚਾ ਸਿਰਫ ਇੰਨਾ ਹੋਵੇ ਵੀ ਜੋ ਤੱਥ ਹੈਗੇ ਆ ਜੋ ਸਾਡਾ ਪੱਖ ਹੈਗਾ ਵੀ ਉਹ ਰਿਕਾਰਡ ਦੇ ਉੱਤੇ ਚੱਲ ਜਾਵੇ, ਵੀ ਤਾਂ ਕਿ ਕੱਲ ਨੂੰ ਜਦੋਂ ਇਤਿਹਾਸ ਲਿਖਿਆ ਜਾਵੇ ਤੇ ਜਿਹੜਾ ਕੋਈ ਚੰਗਾ ਇਤਿਹਾਸਕਾਰ ਹੋਊਗਾ ਜੇ ਉਹ ਲੱਭਣ ਲੱਗੇ ਵੀ ਅੱਛਾ ਵੀ ਦੂਸਰਾ ਪੱਖ ਕੀ ਸੀਗਾ ਤੇ ਉਹਨੂੰ ਲੱਭਣ ਦੇ ਵਿੱਚ ਕੋਈ ਮਸਲਾ ਨਾ ਆਵੇ। ਤੇ ਉਹ ਜਿਹੜੀ ਚੀਜ਼ ਹੈਗੀ ਆ ਵੀ ਹੁਣ ਆਪਾਂ ਜੇ ਜਿਹੜਾ ਅੱਜ ਕੱਲ੍ਹ ਸਾਰਾ ਜਿਹੜਾ ਵੀ ਡਰਾਮਾ ਚੱਲਣ ਦਿਆ ਆ ਵੀ ਜਿੱਥੇ ਸਾਡਾ ਇਤਿਹਾਸ ਜਿਹੜਾ ਆ ਉਹਨੂੰ ਤੋੜਿਆ ਮਰੋੜਿਆ ਜਾ ਰਿਹਾ ਤੇ ਹੋਰ ਸਾਰਾ ਕੁਝ ਜਿਹੜਾ ਆ ਵੀ ਉਹਨੂੰ ਚੈਲੰਜ ਕੀਤਾ ਜਾ ਰਿਹਾ ਬਿਨਾਂ ਕਿਸੇ ਬੇਸਿਸ ਦੇ, ਬਿਨਾਂ ਕਿਸੇ ਤਰਕ ਦੇ। ਔਰ ਉਹਦੇ ਵਿੱਚ ਵੀ ਜੇ ਅਸੀਂ ਜੋੜੀਏ ਨਾ ਵੀ ਅੱਜ ਕੱਲ੍ਹ ਦੀ ਆਪਾਂ ਪਨੀਰੀ ਦੀ ਗੱਲ ਕਰਦੇ ਹਾਂ ਵੀ ਉਹਨਾਂ ਨੂੰ ਤੇ ਪਤਾ ਹੀ ਨਹੀਂਗਾ ਵੀ ਇਹ ਵੀ ਪਿਛਲੇ 20 ਸਾਲਾਂ ਦੇ ਵਿੱਚ 30 ਸਾਲਾਂ ਦੇ ਵਿੱਚ ਕੀ ਹੋਇਆ, ਵੀ 1980ਵਿਆਂ 'ਚ ਕੀ ਹੋ ਗਿਆ ਸੀ, 90ਵਿਆਂ ਦੇ ਕੀ ਹਾਲਤ ਸੀ, ਤੇ ਉਹ ਸਾਰੇ ਦੇ ਬਜਾਏ ਵੀ ਜੇ ਉਹਦੇ ਨਾਲ ਤੁਸੀਂ ਇਹ ਵੀ ਜੋੜ ਦਿਓ ਵੀ ਜਦੋਂ ਉਹਨਾਂ ਨੂੰ ਇੰਨਾ ਨਹੀਂ ਪਤਾ ਰੀਸੈਂਟ ਪਾਸਟ ਤੇ ਅੱਜ ਤੋਂ 200 ਸਾਲ ਪਹਿਲਾਂ ਕੀ ਹੋਇਆ, 300 ਸਾਲ ਪਹਿਲਾਂ ਕੀ ਹੋਇਆ, ਉਹਦੇ ਬਾਰੇ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਤੁਸੀਂ ਵੀ ਉਹਨਾਂ ਨੂੰ ਪਤਾ ਹੋਊਗਾ। ਹੁਣ ਜੇ ਆਪਾਂ ਦੇਖੀਏ ਵੀ ਛੋਟਾ ਘੱਲੂਘਾਰਾ ਵੱਡਾ ਘੱਲੂਘਾਰਾ ਵੀ ਅਸੀਂ ਕਿਤਾਬਾਂ ਥੋੜੀ ਪੜ੍ਹੀਆਂ ਸੀ ਉਹਦੀਆਂ ਜਦੋਂ ਸਾਨੂੰ ਪਤਾ ਲੱਗਿਆ ਵੀ ਛੋਟਾ ਘੱਲੂਘਾਰਾ ਏਦਾਂ ਹੋਇਆ ਸੀ, ਵੱਡਾ ਘੱਲੂਘਾਰਾ ਹੋਇਆ, ਸਾਨੂੰ ਆਪਣੇ ਬਜ਼ੁਰਗਾਂ ਤੋਂ ਪਤਾ ਲੱਗਿਆ ਵੀ ਹਾਂ ਠੀਕ ਆ ਵੀ ਬਜ਼ੁਰਗਾਂ ਤੋਂ ਜਾਂ ਅਸੀਂ ਕਹਿ ਸਕਦੇ ਹਾਂ ਪਿੱਛੇ ਜੇ ਹੋਰ ਵੀ ਇੱਕ ਚਰਚਾ ਸੀਗੀ ਸ਼ਾਇਦ ਸੰਧਾਲੀਆਂ ਨੇ ਗੁਰਦੇਵ ਸਿੰਘ ਸੰਧਾਲੀ ਉਹਨਾਂ ਨੇ ਧਿਆਨ ਖਿੱਚਿਆ ਸੀ, ਕਹਿੰਦੇ ਵੀ ਬਹੁਤਾ ਇਤਿਹਾਸ ਸਾਨੂੰ ਸਹਿ ਸੁਭਾਅ ਜਦੋਂ ਅਸੀਂ ਗੁਰਦੁਆਰੇ ਜਾਂਦੇ ਤੇ ਢਾਡੀਆਂ ਦੇ ਕਵਿਸ਼ਰਾਂ ਕੋਲੋਂ ਸੁਣਨ ਨੂੰ ਮਿਲ ਜਾਂਦੇ ਤੇ ਪ੍ਰਸੰਗ, ਉਹ ਵੀ ਜਿਹੜੀ ਚੀਜ਼ ਸਾਡੇ ਜੋ ਲੋਪ ਹੁੰਦੀ ਜਾ ਰਹੀ ਹੈ ਖਤਮ ਹੋ ਰਹੀ ਆ। ਸੋ ਇਹਦਾ ਮਤਲਬ ਆ ਵੀ ਹੁਣ ਉਹ ਸਾਰੀ ਚੀਜ਼ ਨੂੰ ਹੀ ਇੱਕ ਤਰ੍ਹਾਂ ਨਾਲ ਮਿਥਿਹਾਸ ਦਾ ਰੂਪ ਦਿੱਤਾ ਜਾ ਰਿਹਾ ਭਈ ਕੁਝ ਵੀ ਜਿਹੜਾ ਸਾਡੇ ਇਤਿਹਾਸ ਬਾਰੇ ਲਿਖਿਆ ਗਿਆ ਆ ਜਾਂ ਜੋ ਕਿਹਾ ਜਾ ਰਿਹਾ ਉਹ ਐਵੇਂ ਹੀ ਹਵਾ ਦੇ ਵਿੱਚ ਹੀ ਹੈ, ਹੋਇਆ ਹੀ ਨਹੀਂਗਾ। ਉਹ ਜਿਹੜੀ ਆ ਵੀ ਉਹ ਬਹੁਤ ਇੱਕ ਖਤਰਨਾਕ ਰੁਝਾਨ ਜਿਹੜਾ ਆ ਉਹ ਚੱਲ ਰਿਹਾ ਤੇ ਉਹ ਨਵੀਂ ਪਨੀਰੀ ਨੂੰ ਹੀ ਸਾਡੀ ਨੂੰ ਵੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਤਕੀਦ ਆ ਵੀ ਭਾਈ ਭਈ ਸੁਣੀਆਂ ਸੁਣਾਈਆਂ ਦੇ ਉੱਤੇ ਯਕੀਨ ਨਾ ਕਰੋ, ਖਾਸ ਕਰਕੇ ਜਿਹੜੀ ਸਾਡੇ ਵਿਰੋਧੀਆਂ ਵੱਲੋਂ ਜਿਨ੍ਹਾਂ ਨੂੰ ਤੁਸੀਂ ਆਪਣੇ ਜਿਹੜੇ ਸਾਡੇ ਭੇਸ ਦੇ ਵਿੱਚ ਬੈਠ ਕੇ ਤੁਹਾਡੇ ਹਮਦਰਦ ਬਣੇ ਬੈਠਾ ਲਾਣਾ ਜਿਹੜਾ ਪੰਨੂ ਦਾ ਚੇਲੇ ਬੰਦੇ ਆ ਵੀ ਉਹਨਾਂ ਵੱਲੋਂ ਦਿੱਤੀ ਹੋਈ ਇਨਫੋਰਮੇਸ਼ਨ ਦੇ ਉੱਤੇ ਤੁਸੀਂ ਜਿਹੜਾ ਉਹ ਨਿਰਭਰ ਨਾ ਹੋਵੋ ਔਰ ਬਲਕਿ ਭਈ ਜਦੋਂ ਤੁਸੀਂ ਕੁਝ ਵੀ ਸੁਣਦੇ ਦੇਖਦੇ ਆ ਉਹਦਾ ਪਿੱਛੇ ਮਾੜਾ ਮੋਟੀ ਘੋਖ ਪੜਤਾਲ ਜਿਹੜੀ ਆ ਵੀ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਉਹ ਕਿਤਾਬਾਂ ਜਿਹੜੀਆਂ ਅੱਜ ਕੱਲ ਵੀ ਉਹ PDF ਦੇ ਰੂਪ ਦੇ ਵਿੱਚ ਹਰੇਕ ਤਰ੍ਹਾਂ ਦੀ ਮਿਲ ਰਹੀ ਆ ਵੀ ਜਿਹੜੇ ਜ਼ਮਾਨਿਆਂ ਦੇ ਵਿੱਚ ਅਸੀਂ ਤੱਥ ਇਕੱਠੇ ਕੀਤੇ ਆ ਵੀ ਉਹਨਾਂ ਜ਼ਮਾਨਿਆਂ ਦੇ ਵਿੱਚ ਉਹ ਕਿਤਾਬਾਂ ਸਾਨੂੰ ਅਵੇਲੇਬਲ ਵੀ ਹੈ ਨਹੀਂ ਵੀ ਜਿੰਨੀਆਂ ਕਿ ਸੀਗੀਆਂ ਉਹਨਾਂ ਤੋਂ ਹੀ ਅਸੀਂ ਤੱਥ ਜਿਹੜੇ ਆ
ਵੀ ਉਹ ਇੰਨੇ ਕੁ ਇਕੱਠੇ ਕਰ ਲਏ ਸੀ ਵੀ ਜਿਹਦੇ ਨਾਲ ਵੀ ਅਸਲ ਜਿਹੜੀ ਆ ਵੀ ਅਸਲੀਅਤ ਉਹਦਾ ਸਾਨੂੰ ਰੂਪ ਜਿਹੜਾ ਵੀ ਉਹ ਦਿਖਣ ਲੱਗ ਪਿਆ ਸੀ ਵੀ ਆਹ ਅਸਲੀਅਤ ਆ। ਪਰ ਤੁਹਾਡੇ ਕੋਲੇ ਤੇ PDF ਦੀ ਭਰਮਾਰ ਲੱਗੀ ਪਈ ਆ ਜੀ। ਜੇ ਤੁਸੀਂ ਰਿਸਰਚ ਕਰਨ ਲੱਗੋ ਤੇ ਤੁਹਾਨੂੰ ਤੇ ਇੰਨਾ ਕੁਝ ਮਿਲ ਜਾਣਾ ਆ ਵੀ ਤੁਸੀਂ ਸਾਡੇ ਨਾਲੋਂ ਕਿਤੇ ਜ਼ਿਆਦੇ ਡੂੰਘਾਈ ਦੇ ਵਿੱਚ ਜਾ ਕੇ ਇੱਕ ਇੱਕ ਜਿਹੜਾ ਦੂਸਰਾ ਇਨਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ ਇਕੱਠੀ ਕਰ ਸਕਦੇ ਆ। ਪਰ ਹਿੰਮਤ ਚਾਹੀਦੀ ਆ ਭਾਈ ਵੀ ਆਪਣੇ ਆਪ ਨੂੰ ਇੱਧਰ ਨੂੰ ਜੇ ਇੱਕ ਕਾਨੂੰਨ ਬਣਾ ਲਓ, ਆਪਣੇ ਲਈ ਨਿਯਮ ਬਣਾ ਲਓ ਭਈ ਜਦੋਂ ਕਿਤੇ ਕਿਸੇ ਚੀਜ਼ ਦੇ ਉੱਤੇ ਭਰੋਸਾ ਕਰਨ ਤੋਂ ਪਹਿਲਾਂ ਜਾਂ ਉਹਦੇ ਉੱਤੇ ਕਮੈਂਟ ਕਰਨ ਤੋਂ ਪਹਿਲਾਂ ਉਹਦੀ ਪਿਛੋਕੜ ਬਾਰੇ ਆਪਣੇ ਆਪ ਦੇ ਉੱਤੇ ਯਕੀਨ ਇੰਨਾ ਕੁ ਕਰ ਲਓ ਵੀ ਮੈਨੂੰ ਪਤਾ ਆ ਵੀ ਇਹਦੇ ਵਿੱਚ ਸੱਚਾਈ ਕੀ ਆ। ਜੀ ਜਾਂ ਬਿਲਕੁਲ ਜੀ, ਵੀ ਜਾਣੀ ਵੀ ਰੱਬ ਤੋਂ ਬਾਅਦ ਜੇ ਤੁਸੀਂ ਕਿਸੇ ਬੰਦੇ ਤੇ ਜਦੋਂ ਯਕੀਨ ਕਰਨਾ ਨਾ, ਕਿਸੇ ਬੰਦੇ ਨੂੰ ਰੱਬ ਬਣਾ ਕੇ ਨਾ ਮੰਨੋ, ਉਹਨੂੰ ਉਹਦੀਆਂ ਕਰੀਆਂ ਹੋਈਆਂ ਗੱਲਾਂ ਦੇ ਉੱਤੇ ਜ਼ਰੂਰ ਆਪਣਾ ਜਿਹੜਾ ਮੁਲਾਂਕਣ ਆ, ਆਪਣੀ ਜਿਹੜੀ ਉਹ ਹੈ ਜਿਹੜਾ ਥਿੰਕ ਦਾ ਲੈਵਲ ਆ ਉਹਨੂੰ ਸੋਚੋ ਤੇ ਉਹਦੇ ਬਾਰੇ ਜਿਹੜੀ ਜਾਣਕਾਰੀ ਉਹ ਇਕੱਠੀ ਆਪਣੇ ਸੋਰਸਾਂ ਤੇ ਜ਼ਰੂਰ ਕਰੋ। ਬਿਲਕੁਲ ਅੰਨੇ ਬਾਹ ਕਿਸੇ ਦੇ ਉੱਤੇ ਵਿਸ਼ਵਾਸ ਜਿਹੜਾ ਉਹ ਤੁਸੀਂ ਨਾ ਕਰੋ। ਤੇ ਇਹਦੇ ਨਾਲ ਹੀ ਅਸੀਂ ਇੱਕ ਇਹ ਬੇਨਤੀ ਕਰਦੇ ਹੋਏ ਆਪਾਂ ਇੱਥੇ ਜਿਹੜੀ ਆਪਣੀ ਗੱਲ ਨੂੰ ਸੰਕੋਚਦੇ ਹਾਂ ਕਿ ਭਾਈ ਨਾ ਕਿਸੇ ਕਾਂਗਰਸ ਨੇ ਤੇ ਨਾ ਕਿਸੇ ਅਕਾਲੀ ਨੇ ਜਿਹੜੇ ਅੱਜ ਕੱਲ੍ਹ ਦੇ ਅਕਾਲੀ ਨੇ, ਠੀਕ ਹੈ, ਤੇ ਨਾ ਕਿਸੇ ਕੇਜਰੀਵਾਲ ਨੇ, ਆਮ ਆਦਮੀ ਨੇ, ਉਹਨੇ ਤੁਹਾਨੂੰ ਇਨਸਾਫ ਦੇਣ ਨਹੀਂ ਆਉਣਾ ਜਿਨ੍ਹਾਂ ਤੋਂ ਤੁਸੀਂ ਆਸ ਰੱਖਦੇ ਆ। ਜੇ ਤੁਸੀਂ ਕਹੋਗੇ ਜਾ ਕੇ ਕੇਜਰੀਵਾਲ, ਠੀਕ ਹੈ, ਉਹ ਤੁਹਾਨੂੰ ਕਿਸੇ ਵੀ ਆਰਥਿਕ ਪੱਖ ਤੋਂ ਜਾਂ ਰਾਜਨੀਤਿਕ ਪੱਖ ਤੋਂ ਜਾਂ ਆ ਜਿਹੜੇ ਹੋਏ ਸਾਡੇ ਜ਼ੁਲਮ ਸਿਤਮ ਹੈ ਇਹਨਾਂ ਦੇ ਪੱਖ ਤੇ ਸਾਨੂੰ ਕੋਈ ਇਨਸਾਫ ਦਿਵਾਉਣ ਦੇ ਵਿੱਚ ਸਹਾਈ ਹੋਊਗਾ, ਉਹ ਅਸੀਂ ਭੁੱਲ ਜਾਈਏ। ਸਾਨੂੰ ਆਪ ਚੇਤਨ ਹੋ ਕੇ ਅੱਜ ਦੇ ਜਿਹੜੇ ਸਮੇਂ ਦਾ ਹਥਿਆਰ ਹੈ, ਕਿਉਂਕਿ ਸਾਡੇ ਲਈ ਤਾਂ ਹੋਂਦ ਬਚਾਉਣ ਦਾ ਮਸਲਾ ਹੈ। ਜੇ ਅਸੀਂ ਆਪਣੇ ਨਾਲ ਇਹ ਜਿਹੜੀਆਂ ਹੋਈਆਂ ਚੀਜ਼ਾਂ ਇਹਨਾਂ ਨੂੰ ਆਪਣੇ ਚੇਤਿਆਂ ਦੇ ਵਿੱਚ ਰੱਖ ਕੇ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਾਸ ਆਉਣੇ ਕਰਦੇ ਜਾਈਏ, ਜਦੋਂ ਕੋਈ ਸਮਾਂ ਆਊਗਾ, ਕਹਿੰਦੇ ਵੀ ਸਮਾਂ ਜਿਹੜਾ ਉਹ ਹਮੇਸ਼ਾ ਇੱਕ ਜਿਹਾ ਨਹੀਂ ਰਹਿੰਦਾ। ਕਦੇ ਕਿਸੇ ਨੇ ਚਿਤਵਿਆ ਨਹੀਂ ਸੀ ਕਿ ਕਹਿੰਦੇ ਜਿਨ੍ਹਾਂ ਦਾ ਸੂਰਜ ਵੀ ਕਿਤੇ ਡੁੱਬਦਾ ਨਹੀਂ ਸੀ ਬਰਤਾਨੀਆ ਦਾ, ਕਿ ਉਹ ਅੱਜ ਦੀ ਹਾਲਾਤ ਦੇ ਵਿੱਚ ਸਾਡੇ ਸਾਹਮਣੇ ਆ। ਤੇ ਇਸੇ ਤਰੀਕੇ ਦੇ ਨਾਲ ਬੜੀਆਂ ਜਿਹੜੀਆਂ ਸਲਤਨਤਾਂ ਭਾਵੇਂ ਕਿ ਇਹਨਾਂ ਨੂੰ ਸਦੀਆਂ ਬੀਤ ਜਾਂਦੀਆਂ, ਪਰ ਮਸਲਾ ਸਾਡੇ ਲਈ ਹੋਂਦ ਨੂੰ ਬਚਾ ਕੇ ਆਪਣੀ ਪੀੜ੍ਹੀ ਦਰ ਪੀੜ੍ਹੀ ਜਿਹੜੀ ਆ ਉਹ ਆਪਣੀ ਚੇਤਨਾ ਨੂੰ ਪ੍ਰਚੰਡ ਇਸੇ ਤਰੀਕੇ ਨਾਲ ਰੱਖਣ ਦਾ ਜਿਹੜਾ ਉਹ ਬੜਾ ਜ਼ਰੂਰੀ ਹੈ। ਬਿਲਕੁਲ। ਔਰ ਆਖਰੀ ਗੱਲ ਮੇਰੇ ਵੱਲੋਂ ਇਹ ਆ ਵੀ ਜਿਹੜੇ ਬੰਦਿਆਂ ਦੇ ਉੱਤੇ ਅੱਜ ਕੱਲ ਸਾਡੀ ਪਨੀਰੀ ਜਿਹੜੀ ਆ ਵੀ ਉਹ ਭਰੋਸਾ ਕਰਨ ਲੱਗ ਪਈ ਆ ਜੀ, ਤੇ ਉਹਨਾਂ ਦੇ ਵਿੱਚ ਜੇ ਖਾਸ ਤੌਰ ਤੇ ਆਪਾਂ ਇਹਨਾਂ ਦਾ ਜਿਹੜੇ ਅੱਖ ਅਪਗ੍ਰੇਡ ਆ ਭਈ ਇਹਨਾਂ ਦੀ ਉਦਾਹਰਨ ਲਈਏ ਜੀ, ਭਈ ਜਿਹੜੇ ਸਟੇਟਮੈਂਟ ਤੇ ਇਹ ਦਿੰਦੇ ਆ ਭਈ ਅਸੀਂ ਗਿਆਨ ਨੂੰ ਗੁਰੂ ਮੰਨਦੇ ਆ ਜੀ, ਤੇ ਗਿਆਨ ਦੇ ਇਹਨਾਂ ਦੇ ਵਿੱਚੋਂ ਕੋਈ ਵੀ ਨੇੜੇ ਨਹੀਂ ਲੱਗਿਆ ਹੋਇਆ ਜੀ। ਕਿਤਾਬਾਂ ਦੇ ਤਾਂ ਖਿਲਾਫ ਆ, ਹੋਰ ਕੋਈ ਵੀ ਦੂਸਰਾ ਜਿਹੜਾ ਬੰਦਾ ਵੀ ਰਿਸਰਚ ਕਰਕੇ ਲਿਖ ਕੇ ਕੁਝ ਤੱਥ ਜਿਹੜੇ ਆ ਵੀ ਉਹ ਦਿੰਦਾ, ਉਹਨਾਂ ਨੂੰ ਗਾਲਾਂ ਕੱਢਦੇ ਆ ਜੀ। ਤੇ ਸਟੇਟਮੈਂਟ ਗਿਆਨ ਗੁਰੂ ਆ ਜੀ ਉਹ ਦਿੰਦੇ ਆ, ਪਰ ਗਿਆਨ ਦੇ ਨੇੜੇ ਹੈ ਨਹੀਂ ਗੇ। ਸਟੇਟਮੈਂਟਾਂ ਨਾਲ ਫਿਰ ਵਿੱਚ ਇਹ ਦੇ ਦਿੰਦੇ ਆ ਵੀ ਇਹ ਵੀ ਲੀਡਰ ਜਿਹੜਾ ਆ ਉਹਨੂੰ ਅਖੇ ਇਹ ਜਿਹੜੇ ਕਿਤਾਬਾਂ ਵਾਲੇ ਬੰਦੇ ਹੁੰਦੇ ਉਹਨਾਂ ਦੀ ਲੋੜ ਹੁੰਦੀ ਆ, ਪਰ ਉਹ ਲੀਡਰ ਨੇ ਡਿਸਾਈਡ ਕਰਨਾ ਹੁੰਦਾ ਵੀ ਉਹਨੇ ਉਹ ਬੰਦੇ ਕਿੱਥੇ ਵਰਤਣੇ ਆ। ਤੇ ਫਿਰ ਗੁਰੂ ਕੌਣ ਹੋਇਆ ਭਈ ਜਿਹਦੇ ਕਿਤਾਬਾਂ ਪੜ੍ਹੀਆਂ ਆ, ਗਿਆਨ ਤੇ ਉਹਦੇ ਕੋਲੇ ਆ। ਹਾਂਜੀ, ਤੇ ਗਿਆਨ ਗੁਰੂ ਕਿੱਦਾਂ ਹੋਇਆ? ਨਹੀਂ ਇਸੇ ਤਰੀਕੇ ਨਾਲ ਆਪਾਂ ਜਿਹੜੀ ਗੱਲ ਕਰੀਏ ਨਾ ਵੀ ਜਿਹੜੇ ਬੰਦੇ ਗੱਲ ਤਾਂ ਜਦੋਂ ਇੱਕ ਪਾਸਾ ਲਾਉਂਦੇ ਆ ਤਾਂ ਉਹ ਗੁਰੂ ਸਾਹਿਬ ਤੱਕ ਕਿੰਤੂ ਪ੍ਰੰਤੂ ਕਰ ਦੇਣ ਤੇ ਰੱਬ ਦੀ ਹੋਂਦ ਤੇ ਮੁਨਕਰ ਕਰ ਦੇਣ। ਜਦੋਂ ਦੂਆ ਪਾਸਾ ਭਾਰੂ ਹੋਵੇ ਫਿਰ ਉਸ ਬੰਦੇ ਦੀ ਕਹੀ ਹੋਈ ਗੱਲ ਨੂੰ ਇੱਕ ਜਿਹਨੂੰ ਰੱਬ ਬਣਾਈ ਬੈਠੇ ਹੋਣ ਜਿਉਂਦੇ ਜਾਗਦੇ ਨੂੰ, ਫਿਰ ਉਹਦੀ ਕਹੀ ਹੋਈ ਗੱਲ ਨੂੰ ਪ੍ਰੋਟੈਕਟ ਕਰਨ ਖਾਤਰ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਤੱਕ ਥੱਲੇ ਕਰਕੇ ਜਾ ਰਹੇ ਆ, ਵੀ ਉਹ ਬੰਦੇ ਨੇ ਕਹਿ ਦਿੱਤੀ ਇਹ ਗੱਲ ਇਸ ਕਰਕੇ ਉਹ ਸਹੀ ਹੈ। ਇਸ ਕਰਕੇ ਵੀ ਜਿਹੜਾ ਸਾਡਾ ਬਣਿਆ ਆਇਆ ਹੋਇਆ ਲੀਡਰ ਅਸੀਂ ਥਾਪਦੇ ਆ, ਜਿਹਨੂੰ ਅਸੀਂ ਕਹਿ ਦਿੱਤਾ ਕਿ ਉਹਦੀ ਹਰੇਕ ਗੱਲ ਮੰਨੋ ਤੇ ਉਹਦੇ ਉੱਪਰ ਜੇ ਕੋਈ ਟੀਕਾ ਟਿੱਪਣੀ ਵੀ ਨਾ ਕਰੇ। ਗੁਰੂ ਸਾਹਿਬਾਨਾਂ ਦੇ ਉੱਤੇ ਅਸੀਂ ਕਰ ਸਕਦੇ ਹਾਂ, ਝੱਲ ਸਕਦੇ ਹਾਂ, ਠੀਕ ਹੈ, ਉਸ ਬੰਦੇ ਦੇ ਉੱਤੇ ਨਹੀਂ ਕਹਿੰਦੇ ਅਸੀਂ ਬਰਦਾਸ਼ਤ ਕਰ ਸਕਦੇ। ਹੁਣ ਜਿਨ੍ਹਾਂ ਦਾ ਤਕਾਜ਼ਾ ਇਹ ਹੋਵੇ ਤੇ ਉਹਨਾਂ ਦੀ ਤਾਂ ਮੈਂ ਸਮਝਦਾ ਵੀ ਅਸੀਂ ਮੈਂ ਤਾਂ ਗੱਲ ਕਰਨੀ ਵੀ ਉਹ ਨਹੀਂ ਸਮਝਦਾ ਕਿ ਹਨਾ ਸਿਰਫ ਇਹ ਹੀ ਆ ਭਈ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਤਕੀਦ ਆ, ਔਰ ਇਹ ਆ ਵੀ ਅਸੀਂ ਭਾਈ ਵੇਖਦੇ ਪਏ ਆ ਵੀ ਸਾਰਾ ਕੁਝ ਕੀ ਹੋ ਰਿਹਾ। ਇਹ ਨਾ ਸਮਝੋ ਵੀ ਇਹ ਵੀ ਅਸੀਂ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਆ। ਜੀ ਭਈ ਦੇਖ ਸਾਨੂੰ ਸਭ ਕੁਝ ਰਿਹਾ ਆ, ਇਸ ਕਰਕੇ ਅਸੀਂ ਰਿਕਾਰਡ ਦੇ ਉੱਤੇ ਇਹ ਚੀਜ਼ ਜਿਹੜੀ ਆ ਵੀ ਇਸੇ ਕਰਕੇ ਰੱਖੀ ਆ ਵੀ ਭਾਈ ਜਿਹੜੇ ਤੁਸੀਂ ਮੂਰਖਤਾਈਆਂ ਕਰਦੇ ਪਏ ਆ, ਜੇ ਕੋਈ ਤੁਹਾਨੂੰ ਮੂਰਖ ਨਹੀਂ ਕਹਿ ਰਿਹਾ ਇਹਦਾ ਮਤਲਬ ਇਹ ਨਾ ਸਮਝੋ ਵੀ ਤੁਸੀਂ ਸਿਆਣੇ ਹੋ ਗਏ। ਸ਼ੀਸ਼ੇ 'ਚ ਦੇਖੋਗੇ ਤੁਹਾਨੂੰ ਪਤਾ ਲੱਗ ਜਾਣਾ ਵੀ ਮੂਰਖ ਹੀ ਆ ਤੁਸੀਂ। ਹਾਂ ਬਿਲਕੁਲ। ਨਾਲੇ ਉਹ ਜਿਹੜਾ ਇਨਸਾਫ ਆ ਤੁਹਾਨੂੰ ਵੀ ਪਤਾ ਜਿਹੜਾ ਬੰਦਾ ਕਰ ਰਿਹਾ ਹੁੰਦਾ ਉਹ ਤੋਂ ਵੱਧ ਕੋਈ ਨਹੀਂ ਜਾਣਦਾ ਹੁੰਦਾ ਕਿ ਮੈਂ ਚਾਕਰੀ ਕਿਹਦੀ ਕਰ ਰਿਹਾ ਹੈਨਾ, ਤੇ ਕਿਹਦੀ ਮੈਂ ਡਫਲੀ ਵਜਾ ਰਿਹਾ ਹੁਣ। ਤੇ ਠੀਕ ਹੈ ਭਾਈ ਵਜਾਈ ਚੱਲ, ਤੇਰੇ ਆਪਣੇ ਉਹ ਹੋਣਗੇ, ਤੇਰੀ ਆਪਣੀ ਕੋਈ ਖਾਸ ਹੋਊਗੀ, ਨਿੱਜੀ ਚਾਹਨਾ ਹੋਊਗੀ, ਠੀਕ ਹੈ, ਉਹ ਮਿਲ ਜੂਗੀ ਤੈਨੂੰ, ਪਰ ਇਤਿਹਾਸ ਨੇ ਨਹੀਂ ਬਖਸ਼ਣਾ। ਬਿਲਕੁਲ। ਹਾਂਜੀ, ਸੋ ਇੱਥੇ ਆਪਾਂ ਅੱਜ ਦੇ ਇਸ ਜਿਹੜੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ। ਸਾਡੇ ਕੋਲੋਂ ਬੋਲਦਿਆਂ ਕੋਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।